ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਡਿਸਕਸ ਕਰਦੇ ਹੁੰਦੇ ਆ ਪੋਲਿਟਿਕਸ ਦੇ ਬਾਰੇ, ਲੀਡਰਸ਼ਿਪ ਦੇ ਬਾਰੇ, ਜੋ ਕਰੰਟ ਇਸ਼ੂਜ਼ ਚੱਲ ਰਹੇ ਨੇ, ਕਰੰਟ ਅਫੇਅਰਸ ਨੇ, ਉਹਨਾਂ ਦੇ ਬਾਰੇ ਗੱਲਬਾਤ ਕਰਦੇ ਆ। ਤੇ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਵੇਗੀ ਕਰੋਨਾ ਦੀ ਸਥਿਤੀ ਦੇ ਬਾਰੇ, ਨਾਲ ਸੁਮੇਧ ਸੈਣੀ ਦੇ ਉੱਤੇ ਜਿਹੜੀ ਤਾਰਾ ਲੱਗੀ ਆ ਉਹਦੇ ਬਾਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸਰੂਪ ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਸਰੀ ਦੇ ਵਿੱਚ ਛਪਾਏ ਜਾ ਰਹੇ ਸੀ ਉਸ ਦੇ ਬਾਰੇ ਗੱਲਬਾਤ ਹੋਵੇਗੀ। ਤੇ ਨਾਲ ਹੋਰ ਬਹੁਤ ਸਾਰੇ ਇਸ਼ੂ ਨੇ ਪੰਜਾਬ ਦੇ ਰਿਲੇਟਡ, ਭਾਰਤ ਦੇ ਰਿਲੇਟਡ, ਸਾਰਿਆਂ ਦੇ ਬਾਰੇ ਗੱਲਬਾਤ ਹੋਵੇਗੀ। ਤੇ ਇਹਨਾਂ ਸਭ ਬਾਰੇ ਚਰਚਾ ਕਰਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਸੀਨੀਅਰ ਜਰਨਲਿਸਟ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਆਸ਼ ਜੀ, ਥੈਂਕ ਯੂ, ਸ਼ੁਕਰੀਆ। ਕਿਵੇਂ ਹੋ ਫਿਰ? ਕੀ ਕਹਿੰਦਾ ਕਰੋਨਾ? ਤਾਂ ਕਰੋਨਾ ਹੀ ਹੋਇਆ ਪਿਆ ਜੀ। ਤੇ ਕਿਸੇ ਨੇ ਪੁੱਛਿਆ ਸੀਗਾ ਵੀ ਜੇ ਜੰਗਲ 'ਚ ਤੁਹਾਨੂੰ ਸ਼ੇਰ ਮਿਲ ਜੇ ਫਿਰ ਕੀ ਕਰੋਗੇ ਜੀ? ਕਹਿੰਦੇ ਫਿਰ ਤਾਂ ਸ਼ੇਰ ਹੀ ਕਰੂਗਾ, ਅਸੀਂ ਤਾਂ ਕੀ ਕਰਨਾ। ਸੋ ਹੁਣ ਕਰੋਨਾ ਹੈ ਜੀ, ਜਦ ਤੱਕ ਵੈਕਸੀਨ ਨਹੀਂ ਆਉਂਦੀ ਤਾਂ ਉਸੇ ਦਾ ਉਹਨੇ ਕੀ ਕਰਨਾ, ਚੰਗਾ ਕਰਨਾ, ਮੰਦਾ ਕਰਨਾ, ਸਾਰਾ ਕੁਝ ਉਸੇ ਦੇ ਹੱਥ। ਅਸੀਂ ਕਿਹਾ, ਜਿਵੇਂ ਤੁਸੀਂ ਕਿਹਾ ਕਿ ਜੇ ਸ਼ੇਰ ਹੈ ਤੇ ਕੀ ਕਰਨਾ, ਤਾਂ ਬਚਾਅ ਕਰਨਾ। ਅਸੀਂ ਸਿਰਫ ਬਚਾਅ ਕਰਨਾ ਆ, ਹੋਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਪਰ ਹੁਣ ਇਹਨਾਂ ਦੇ ਰਿਲੇਟਡ ਜਿਹੜੇ ਨੇ ਕੇਸ ਜਿਵੇਂ ਵੱਧ ਰਹੇ ਨੇ ਤੇ ਇਹਦੇ ਰਿਲੇਟਡ ਹੁਣ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਜਾਂਦੀਆਂ ਨੇ, ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾ ਰਹੇ ਨੇ। ਅਸੀਂ BC ਦੀ ਗੱਲ ਕਰੀਏ, BC ਸਭ ਤੋਂ ਨਰਮ ਸੂਬਾ ਮੰਨਿਆ ਜਾਂਦਾ ਸੀ। ਜਦੋਂ ਕਹਿੰਦੇ ਸੀ ਜੇ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਫਾਈਨਸ ਲਾਏ ਜਾ ਰਹੇ ਨੇ, ਉਹ ਕਹਿੰਦੇ ਨਹੀਂ, ਉਹ ਹਰੇਕ ਵਾਰੀ ਬੋਨੀ ਹੈਨਰੀ ਇਦਾਂ ਹੀ ਕਹਿ ਦਿੰਦੇ ਸੀ, ਬੀ ਕਾਈਂਡ ਰਹੋ, ਤੁਸੀਂ ਫੋਲੋ ਕਰਦੇ ਰਹੋ ਤੇ ਤੁਸੀਂ ਆਪਾਂ ਜਿਹੜੀ ਪੀਕ ਆ ਉਹ ਉੱਤੇ ਤੱਕ ਲੈ ਕੇ ਨਹੀਂ ਜਾਣੀ। ਪਰ ਹੁਣ ਦੁਬਾਰਾ ਤੋਂ ਕੇਸ ਵਧ ਰਹੇ ਨੇ, ਦਿਨ ਦੇ ਵਿੱਚ 80, 90, 100 ਤੱਕ ਕੇਸ ਆ ਰਹੇ ਹੈਗੇ ਨੇ। ਮੌਤਾਂ ਕਹਿੰਦੇ ਸੀ ਘਟ ਗਈਆਂ ਨੇ, ਪਰ ਫਿਰ ਦੋ ਮੌਤਾਂ ਜਿਹੜੀਆਂ ਨੇ ਉਹ ਲਗਾਤਾਰ 2 ਦਿਨ ਜਿਹੜੀਆਂ ਸਾਡੇ ਸਾਹਮਣੇ ਆਈਆਂ ਹੈਗੀਆਂ ਨੇ। ਤੇ ਹੁਣ ਅੱਗੇ ਦੀ ਜਿਹੜੀ ਸਿਚੁਏਸ਼ਨ ਹੈਗੀ ਉਹ ਸਾਨੂੰ ਸੋਮਵਾਰ ਨੂੰ ਦੱਸਦੇ ਆ, 3 ਦਿਨਾਂ ਦੀ ਪੂਰੀ ਅਪਡੇਟ। ਪਰ ਇਹ ਸਭ ਕੁਝ ਦੇਖਦੇ ਹੋਏ ਹੁਣ ਸਾਡੇ ਜਿਹੜੇ ਸੋਲਿਸਿਟਰ ਜਨਰਲ ਹੈਗੇ ਆ, ਉਹਨਾਂ ਨੇ ਕਿਹਾ ਇਨਫ ਇਜ਼ ਇਨਫ। ਉਹਨਾਂ ਨੇ ਫਾਈਨ ਲਗਾ ਦਿੱਤੇ। ਉਹ ਕਹਿੰਦੇ ਆ ਕਿ ਜੇ ਹੁਣ ਕੋਈ ਵੀ ਬ੍ਰੇਕ ਕਰੂਗਾ ਰੂਲਸ ਨੂੰ ਤਾਂ ਤੁਹਾਨੂੰ ਫਾਈਨ ਲੱਗੂਗਾ। ਖਾਸ ਤੌਰ ਤੇ ਜਿਹੜੇ ਪਾਰਟੀਆਂ ਹੋ ਰਹੀਆਂ ਸੀ, ਯੰਗ ਬੱਚੇ ਜਿਹੜੇ ਪਾਰਟੀਆਂ ਕਰ ਰਹੇ ਸੀ ਜਾਂ ਵਿਆਹ ਸ਼ਾਦੀ ਦੀਆਂ ਪਾਰਟੀਆਂ ਹੋ ਰਹੀਆਂ ਸੀ ਬੈਂਕਟ ਹਾਲਸ ਦੇ ਵਿੱਚ। ਸੋ ਹੁਣ ਜੇ ਬੈਂਕਟ ਹਾਲ ਦੇ ਵਿੱਚ ਪਾਰਟੀ ਹੁੰਦੀ ਹੈ ਤਾਂ $2000 ਫਾਈਨ ਲੱਗਣਾ ਹੈ। ਜੇ ਉਹ ਵੀ $2000 ਜਿਹੜੇ ਪਾਰਟੀ ਕਰਦੇ ਆ ਆਰਗੇਨਾਈਜ਼, ਉਹਨਾਂ ਨੂੰ, ਆਰਗੇਨਾਈਜ਼ਰਸ ਨੂੰ ਤੇ ਓਨਰਸ ਨੂੰ, ਜਿਹੜੇ ਬੈਂਕਟ ਹਾਲ ਦੇ ਓਨਰਸ ਹੈਗੇ ਉਹਨਾਂ ਨੂੰ ਲੱਗੂਗਾ। ਬਾਕੀ ਜਿਹੜੇ ਪਾਰਟੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ $200 ਲੱਗੂਗਾ। ਪਹਿਲਾਂ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾਊਗੀ ਵੀ ਤੁਸੀਂ ਚਲੇ ਜਾਓ ਇੱਥੋਂ। ਜੋ ਨਹੀਂ ਜਾਂਦੇ ਉਸ ਥਾਂ ਨੂੰ ਛੱਡ ਕੇ ਤਾਂ ਉਹਨਾਂ ਨੂੰ $200 ਇੰਡੀਵਿਜੂਅਲ ਪਰਸਨ ਨੂੰ ਜੁਰਮਾਨਾ ਜਿਹੜਾ ਲੱਗੂਗਾ। ਹੁਣ ਇਹ ਹੈ ਕਿ ਅਸੀਂ ਆਪੇ ਇਹ ਕਹਿ ਦਿੱਤਾ ਹੈ ਕਿ ਅਸੀਂ, ਕਹਿੰਦੇ ਨਾ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ, ਕਿ ਅਸੀਂ ਜੋ ਹੈ ਸਖਤਾਈ ਕੀਤੇ ਤੋਂ ਬਿਨਾਂ ਮੰਨਣਾ ਨਹੀਂ ਹੈ। ਚਾਹੇ ਉਹ ਮਾਸਕ ਨੂੰ ਲੈ ਕੇ ਹੈ, ਚਾਹੇ ਉਹ ਸੈਨੀਟਾਈਜ਼ਿੰਗ ਨੂੰ ਲੈ ਕੇ ਹੈ, ਚਾਹੇ ਸੋਸ਼ਲ ਡਿਸਟੈਂਸ ਨੂੰ ਲੈ ਕੇ ਹੈ। ਜਿੰਨਾ ਚਿਰ ਸਾਨੂੰ ਕੋਈ ਸਖਤਾਈ ਦੇ ਨਾਲ ਸਾਡੇ ਸਿਰ ਤੇ ਕੋਈ ਡੰਡਾ ਲੈ ਕੇ ਨਹੀਂ ਖੜਦਾ, ਉਹਨਾਂ ਚਿਰ ਅਸੀਂ ਮੰਨਣਾ ਨਹੀਂ। ਪਰ ਇਹ ਸਾਡੇ ਤੇ ਹੈ ਇੰਡੀਵਿਜੂਅਲ ਤੌਰ ਦੇ ਉੱਤੇ ਕਿ ਅਸੀਂ ਰੂਲ ਫੋਲੋ ਕਰਦੇ ਹੈ ਜਾਂ ਨਹੀਂ ਕਰਦੇ ਹੈਗੇ। ਹੁਣ ਭਾਰਤ ਦੀ ਸਥਿਤੀ ਨੂੰ ਗੱਲ ਕਰ ਲਈਏ, ਪੰਜਾਬ ਦੀ ਸਥਿਤੀ ਨੂੰ ਗੱਲ ਕਰ ਲਈਏ, ਹਾਲਾਤ ਉੱਥੇ ਵੀ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ। ਉੱਥੋਂ ਦੀ ਕੀ ਸਥਿਤੀ ਹੈ? ਜਿਵੇਂ ਤੁਸੀਂ ਇੱਥੋਂ ਦਾ ਜ਼ਿਕਰ ਕੀਤਾ ਅਰਸ਼ ਜੀ, ਤਾਂ ਉਹ 'ਚ ਜਦੋਂ ਵੱਡੇ ਕੈਨਵਸ ਤੇ ਦੇਖਦੇ ਹਾਂ ਤਾਂ ਦੁਨੀਆ ਭਰ ਦੇ ਵਿੱਚ ਪ੍ਰਤੀ ਦਿਨ ਇਹਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ ਜੀ। ਹਾਲਾਂਕਿ ਕੁਝ ਲੋਕ ਤਾਂ ਕਹਿੰਦੇ ਵੀ ਇਹ ਕੁਝ ਨਹੀਂ ਹੈ ਜੀ, ਇਹ ਤਾਂ ਉਹੀ ਵਹਿਮ ਹੈ ਜੀ। ਤੇ ਹਾਲਾਂਕਿ ਵੱਡੀਆਂ ਸ਼ਖਸੀਅਤਾਂ ਦੀਆਂ ਇਹਦੇ ਵਿੱਚ ਜਾਨਾਂ ਜਾ ਰਹੀਆਂ ਨੇ ਤੇ ਲੋਕਾਂ ਦੀ ਜਕੜ ਇਹ ਕਰੋਨਾ ਆਪਣਾ ਪੂਰਨ ਰੂਪ ਵਿੱਚ ਸਾਡੇ ਤੇ ਬਣਾਉਂਦਾ ਜਾ ਰਿਹਾ ਹੈ। ਤੁਸੀਂ ਕੈਨੇਡਾ ਦਾ ਜ਼ਿਕਰ ਕੀਤਾ, ਨਾਲ ਲੱਗਦਾ ਮੁਲਕ ਅਮਰੀਕਾ ਦੇ ਵਿੱਚ ਆਪਾਂ ਜਾਣਦੇ ਹਾਂ 57-58 ਲੱਖ ਬੰਦੇ ਦੀ ਗਿਣਤੀ ਹੋ ਚੁੱਕੀ ਹੈ ਔਰ 2.25 ਲੱਖ ਤੋਂ ਉੱਪਰ ਬੰਦਾ ਮਰ ਚੁੱਕਿਆ। ਇਹਦੇ ਨਾਲ ਜਿਹੜੇ ਪ੍ਰਮੁੱਖ ਰੂਪ 'ਚ ਦੁਨੀਆ ਦੇ ਜਿਹੜੇ ਮੁਲਕ ਨੇ ਉਹਨਾਂ 'ਚ ਬ੍ਰਾਜ਼ੀਲ ਦੇ ਵਿੱਚ ਵੀ ਦੇਖੋ ਹੁਣ ਗਿਣਤੀ ਕਿੱਥੇ ਤੱਕ, ਲਗਭਗ ਮੇਰੇ ਖਿਆਲ ਨਾਲ 35 ਲੱਖ ਤਾਂ ਉੱਥੇ ਵੀ ਹੋ ਗਈ ਹੈ ਇਸ ਮਾਮਲੇ 'ਚ, ਔਰ ਲੱਖ ਤੋਂ ਉੱਪਰ ਬੰਦਾ 1,13,000 14,000 ਉੱਥੇ ਵੀ ਮੌਤ ਹੋ ਚੁੱਕੀ ਹੈ। ਤੀਜਾ ਜਿਹੜਾ ਸਭ ਤੋਂ ਜ਼ਿਆਦਾ ਭਿਆਨਕ ਰੂਪ ਜਿੱਥੇ ਇਖਤਿਆਰ ਕੀਤਾ ਜਾ, ਜਿਹੜਾ ਪਹਿਲਾਂ ਲੱਗਦਾ ਸੀ ਭਾਰਤ ਵੀ ਨਹੀਂ ਸ਼ਾਇਦ ਬਚਾ ਰਹੇ ਜੇ ਕਿਉਂਕਿ ਥਾਲੀਆਂ ਸੀ ਬੜੀਆਂ ਖੜਕਾਈਆਂ ਸੀ, ਪਰ ਜਿਸ ਤਰੀਕੇ ਨਾਲ ਉੱਥੇ ਕੇਸ ਵਧਣੇ ਸ਼ੁਰੂ ਹੋਇਆ, ਜਿਹੜਾ ਇਸ ਵੇਲੇ ਦਾ ਡਾਟਾ ਭਾਰਤ ਤੋਂ ਆ ਰਿਹਾ ਬੜਾ ਡਰਾਉਣਾ ਹੈ। 29 ਲੱਖ ਦੇ ਕਰੀਬ ਉੱਥੇ ਕੇਸ ਹੋ ਚੁੱਕਿਆ ਔਰ 56,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਉਸ ਤੋਂ ਵੀ ਅੱਗੇ ਜਿਹੜੀ ਸੋਚਣ ਤੇ ਡਰਨ ਵਾਲੀ ਗੱਲ ਇਹ ਆ ਕਿ ਭਾਰਤ ਦੇ ਵਿੱਚ ਇਸ ਵੇਲੇ ਦੁਨੀਆ ਤੋਂ ਸਭ ਤੋਂ ਵੱਧ ਕੇਸ ਭਾਰਤ ਦੇ ਵਿੱਚ ਨੇ ਔਰ ਇੱਕ ਦਿਨ ਦੇ ਵਿੱਚ ਜਿਹੜੇ ਆ ਰਹੇ।
ਅੱਜ ਦਾ ਡਾਟਾ ਇਹ ਦੱਸਦਾ ਕਿ ਲਗਭਗ 69,000 ਕੇਸ ਇੱਕ ਦਿਨ ਚ ਆਇਆ। 69,000 ਦਾ ਕਹਿਣ ਦਾ ਭਾਵ ਹੁੰਦਾ ਕਿ ਪੌਣੇ ਲੱਖ ਦੇ ਨੇੜੇ ਗੱਲ ਪਹੁੰਚ ਗਈ। ਔਰ ਹਾਲਾਂਕਿ ਆਪਾਂ ਨੂੰ ਇਹ ਵੀ ਪਤਾ ਕਿ ਭਾਰਤ ਦੇ ਵਿੱਚ ਪੂਰਨ ਰੂਪ ਵਿੱਚ ਅਜੇ ਜਾਂਚ ਪੜਤਾਲ ਨਹੀਂ ਹੋ ਰਹੀ। ਮੈਨੂੰ ਲੱਗਦਾ ਜੇ ਆਥੈਂਟਿਕ ਤਰੀਕੇ ਦੇ ਨਾਲ ਉੱਥੇ ਡਾਟੇ ਸਾਹਮਣੇ ਆਉਣ ਤਾਂ ਇਸ ਤੋਂ ਵੀ ਕਈ ਗੁਣਾ ਵੱਧ ਸਥਿਤੀ ਉੱਥੇ ਖਰਾਬ ਹੋਣ ਦੇ ਆਕਾਸ਼ੇ ਤੇ ਅੰਦਾਜ਼ੇ ਆਪਾਂ ਲਾ ਸਕਦੇ ਹਾਂ ਜੀ। ਫਿਰ ਜਿਵੇਂ ਤੁਸੀਂ ਕੈਨੇਡਾ ਦੀ ਗੱਲ ਕੀਤੀ ਹੈ, ਕੈਨੇਡਾ 'ਚ ਵੀ ਹੁਣ ਦੇਖੋ ਗਿਣਤੀ 9,000 ਦੇ ਕਰੀਬ ਮੌਤਾਂ ਹੋਣੀਆਂ, 27 ਹੋਣੀ। ਹੁਣ ਜਦੋਂ ਅਸੀਂ ਭਾਰਤ ਦੀ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਤੇਜ਼ੀ ਨਾਲ ਐਡੀ ਵੱਡੀ ਗਿਣਤੀ ਵੱਧ ਰਹੀ ਹੈ ਜੀ ਔਰ ਸਰਕਾਰ ਵੱਲੋਂ ਉਨੀ ਸੰਜੀਦਗੀ ਕਿਤੇ ਮੈਨੂੰ ਨਜ਼ਰ ਆਉਂਦੀ ਨਹੀਂ। ਸਟੇਟਾਂ ਦੇ ਵਿੱਚ ਹੁਣ ਸਾਡਾ ਤਾਂ ਸੂਬੇ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ 40,000 ਦੇ ਕਰੀਬ ਕੇਸ ਹੋ ਗਏ ਬਿਲਕੁਲ, ਔਰ ਲਗਾਤਾਰ ਵੱਧ ਰਹੇ ਨੇ ਔਰ ਮੌਤਾਂ ਵੀ 1000 ਦੇ ਕਰੀਬ ਹੋ ਚੁੱਕੀਆਂ ਨੇ। ਜਿਹੜਾ ਜਦੋਂ ਇੱਕ ਮੌਤ ਹੋਈ ਸੀ ਨਾ, ਸਾਰੇ ਦਹਿਲ ਗਏ ਸੀ ਵੀ ਕਰੋਨਾ ਨਾਲ ਇੱਕ ਮੌਤ ਹੋ ਗਈ, ਜਦੋਂ ਬਾਬਾ ਬਾਹਰੋਂ ਆਇਆ ਸੀ ਜੀ ਸਾਰੇ ਦਾ ਸਾਰਾ ਪਿੰਡ ਸੀਲ ਕਰਤਾ ਸੀ। ਪਰ ਤੁਹਾਡਾ ਕਹਾਣਾ ਕਿ ਉਹ ਲੋਕ ਜਿਹੜੇ ਸਾਡੇ ਨੇ ਉਹ ਸੰਜੀਦਨੀ ਹਨ, ਉਹ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਬੈਠੇ ਨੇ। ਇੱਕ ਫਿਤਰਤ ਇਸ ਤਰ੍ਹਾਂ ਦੀ ਬਣ ਗਈ ਕਿ ਲੋਕਾਂ ਨੂੰ ਰੋਕੋ ਪਰ ਉਹ ਸਮਝਦੇ ਨਹੀਂ ਹਨ। ਹੁਣ ਪੰਜਾਬ ਦੇ ਵਿੱਚ ਤਾਂ ਜੇਕਰ ਮੈਂ ਸਾਰੇ ਭਾਰਤ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਾਂ, ਪੰਜਾਬ ਸਰਕਾਰ ਨੇ ਇੱਥੇ ਹੁਣ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ 5 ਜਿਹੜੇ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਹੈ, ਜਲੰਧਰ ਹੈ, ਲੁਧਿਆਣਾ ਹੈ ਜਾਂ ਫਿਰ ਪਟਿਆਲਾ ਹੈ, ਜਿੱਥੇ ਇਹ ਡਿਜ਼ਾਸਟਰ ਬਣਦਾ ਜਾਂਦਾ ਸੀ, ਰਾਤ ਦਾ ਉਹਨਾਂ ਨੇ ਕਿਹਾ ਸੀ ਵੀ ਆਪਾਂ ਇੱਕ ਕਰਫਿਊ ਲਾਇਆ ਕਰਾਂਗੇ। ਪਰ ਜਿਸ ਤਰੀਕੇ ਨਾਲ ਹੁਣ ਕੇਸ ਵੱਧ ਰਹੇ ਆ ਉਹਦੇ ਵਿੱਚ ਉਹਨਾਂ ਨੇ ਧਾਰਾ 144 ਲਾਈ ਹੈ। ਧਾਰਾ 144 ਹੁੰਦੀ ਹੈ ਕਿ ਤੁਸੀਂ 4 ਜਾਂ 5 ਤੋਂ ਵੱਧ ਬੰਦੇ ਇਕੱਠੇ ਨਹੀਂ ਹੋ ਸਕਦੇ, ਜੇਕਰ ਹੁੰਦੇ ਹੋ ਤਾਂ ਕਾਨੂੰਨੀ ਕਾਰਵਾਈ ਤੁਹਾਡੇ ਤੇ ਹੋ ਸਕਦੀ ਹੈ। ਕਿਉਂਕਿ ਸਾਡੇ ਜਿੰਨਾ ਮਰਜ਼ੀ ਤੁਸੀਂ ਸਮਝਾ ਲਓ ਵੀ ਤੁਸੀਂ ਇਕੱਠੇ ਨਹੀਂ ਹੋਣਾ, ਤੁਸੀਂ ਪਾਰਟੀਆਂ ਨਹੀਂ ਕਰਨੀਆਂ, ਮੇਰੇ ਖਿਆਲ ਨਾਲ ਸਾਡੇ ਵਾਲਿਆਂ ਨੂੰ ਇਹ ਉੱਥੇ ਹੋ ਗਿਆ ਵੀ ਕੋਈ ਗੱਲ ਨਹੀਂ, ਇਹ ਤਾਂ ਕਰੋਨਾ ਹੈ, ਸਭ ਨੂੰ ਹੁੰਦਾ ਜੀ, ਵੀ ਡਾਟੇ ਆ ਜਾਂਦੇ ਵੀ 70% ਲੋਕ ਠੀਕ ਹੋ ਗਏ। ਪਰ ਉਹ ਇਹ ਗੱਲ ਸਮਝ ਨਹੀਂ ਸਕਦੇ ਕਿ 30% ਜਿਹੜੇ ਹੈ ਉਹਨਾਂ ਨੂੰ ਹੋ ਵੀ ਉਹਨਾਂ ਤੇ ਇਫੈਕਟ ਵੀ ਕਰ ਰਿਹਾ ਹੈ ਔਰ ਜਾਨਾਂ ਵੀ ਜਾ ਰਹੀਆਂ ਨੇ। ਜਦ ਕਿ ਸਾਡੇ ਦੇਸ਼ ਦੇ ਤਾਂ ਵੱਡੇ ਵੱਡੇ ਨੇਤਾ ਇਹਦਾ ਸ਼ਿਕਾਰ ਹੋ ਚੁੱਕੇ ਨੇ। ਆ ਹੁਣ ਸਾਡੇ ਮਹਾਨਾਇਕ ਦਲੀਪ ਕੁਮਾਰ ਦੇ ਭਰਾ ਦੀ ਡੈਥ ਵੀ ਕਰੋਨਾ ਵਾਇਰਸ ਨਾਲ ਹੋਈ ਹੈ ਔਰ ਇਸ ਤੋਂ ਬਿਨਾਂ ਵੱਡੇ ਵੱਡੇ ਐਕਟਰਾਂ ਦੀਆਂ ਮੌਤਾਂ ਆਪਾਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ। ਔਰ ਪੰਜਾਬ ਦੇ ਵਿੱਚ ਵੀ ਪਹਿਲਾਂ ਕੈਬਨਿਟ ਰੈਂਕ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਹੋਇਆ, ਫਿਰ ਗੁਰਪ੍ਰੀਤ ਸਿੰਘ ਕਾਂਗੜ ਉਹਨਾਂ ਨੂੰ ਹੋਇਆ, ਉਹ ਵੀ ਕੈਬਨਿਟ ਰੈਂਕ ਤੇ ਨੇ। ਔਰ ਉਸ ਤੋਂ ਇਲਾਵਾ ਕਿੰਨੇ ਲੀਡਰ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਫਿਰ ਹੋਰਨਾਂ ਥਾਵਾਂ ਤੋਂ ਨੇ, ਬਹੁਤ ਸਾਰੇ ਲੀਡਰਾਂ ਨੂੰ ਹੋਇਆ। ਹੁਣ ਇਸ ਗੱਲ ਕਰਕੇ ਜਦੋਂ ਇਹ ਧਾਰਾ 144 ਲਾਈ ਗਈ ਆ, ਦੂਜੇ ਪਾਸੇ ਪੰਜਾਬ ਸਰਕਾਰ ਦੇ 6 ਮਹੀਨੇ ਹੋ ਗਏ ਸੀ ਕਿ ਉਹਨਾਂ ਨੇ ਇੱਕ ਸੈਸ਼ਨ, ਇੱਕ ਪ੍ਰੋਟੋਕੋਲ ਦੇ ਮੁਤਾਬਕ ਹਰ ਚੁਣੀ ਹੋਈ ਸਰਕਾਰ ਨੂੰ 6 ਮਹੀਨੇ ਦੇ ਵਿੱਚ ਇੱਕ ਵਾਰੀ ਸੈਸ਼ਨ ਸੱਦਣਾ ਹੁੰਦਾ ਹੈ। ਬਿਲਕੁਲ। ਤੇ ਉਸ ਗੱਲ ਦੇ ਵਿੱਚ ਕੈਪਟਨ ਅਮਰਿੰਦਰ ਨੇ ਕਿਹਾ ਕਿ 28 ਅਗਸਤ ਨੂੰ ਇੱਕ ਦਿਨ ਦਾ ਅਸੀਂ ਸੈਸ਼ਨ ਸੱਦਾਂਗੇ। ਉੱਥੇ ਸਿਆਸਤ ਹੋਣੀ ਸ਼ੁਰੂ ਹੋ ਗਈ। ਦੋਏ ਤਿੰਨ ਚੀਜ਼ਾਂ ਨੇ। ਵਿਰੋਧੀ ਧਿਰਾਂ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਵੀ ਅਸੀਂ ਇਸ ਦਾ ਬਾਈਕਾਟ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਦਾ ਸੈਸ਼ਨ ਰੱਖ ਕੇ ਸਾਡਾ ਮਜ਼ਾਕ ਉਡਾਇਆ, ਲੋਕਤੰਤਰ ਦਾ ਮਜ਼ਾਕ ਉਡਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਅਲੱਗ ਹੋਏ ਆ ਇਸ ਵੇਲੇ, ਉਹਨਾਂ ਨੇ ਕਿਹਾ ਕਿ ਜੇ ਸੈਸ਼ਨ ਚਾਹੇ ਇੱਕ ਦਿਨ ਦਾ ਸੱਦ ਲਓ, ਪਰ ਉਸ ਦੇ ਵਿੱਚ ਜਿਹੜਾ ਕਿਸਾਨਾਂ ਦਾ ਆਰਡੀਨੈਂਸ ਦਾ ਮਤਾ ਹੈ ਉਹ ਲਿਆਂਦਾ ਜਾਵੇ ਤੇ ਵਿਧਾਨ ਸਭਾ ਪਾਸ ਕਰੇ। ਉਧਰੋਂ ਲੋਕ ਭਲਾਈ ਪਾਰਟੀ ਜਿਹੜਾ ਲੁਧਿਆਣੇ ਵਾਲੇ ਨੇ ਜੀ, ਬੈਂਸ ਭਰਾ, ਉਹ ਕਹਿੰਦੇ ਵੀ ਸੈਸ਼ਨ ਘੱਟੋ ਘੱਟ 20 ਦਿਨਾਂ ਦਾ ਰੱਖਿਆ ਜਾਵੇ ਤਾਂ ਜੋ ਬਹੁਤ ਸਾਰੀਆਂ ਤਕਲੀਫਾਂ ਦੇ ਵਿੱਚ ਜਿਹੜਾ ਸੂਬਾ ਨਿਕਲ ਰਿਹਾ ਉਹਨਾਂ ਤੇ ਆਪਾਂ ਡਿਸਕਸ਼ਨ ਕਰ ਸਕੀਏ। ਜਦੋਂ ਆਪਾਂ ਨੂੰ ਪਤਾ ਹੈ ਕਿ ਸਰਕਾਰ ਦੇ ਵਿੱਚ ਮੰਤਰੀਆਂ ਨੂੰ ਵੀ ਕਰੋਨਾ ਹੋ ਚੁੱਕਿਆ ਔਰ ਵਿਰੋਧੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵੀ 3-4 ਐਮਐਲਏ ਨੂੰ ਹੈਗਾ, ਹੁਣ ਉਸ ਮਾਮਲੇ ਦੇ ਵਿੱਚ ਸਿਆਸਤ ਕਰਨਾ ਕੋਈ ਬਹੁਤਾ ਵਾਜਬ ਨਜ਼ਰ ਨਹੀਂ ਆਉਂਦਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਆਪਣੇ ਵੇਲਿਆਂ 'ਚ ਵੀ ਆਹੀ ਕੁਝ ਕਰਦੇ ਸੀ, 2-3 ਦਿਨਾਂ ਦਾ ਸੈਸ਼ਨ ਕਰਿਆ ਕਰਦੇ ਸੀ, 2 ਦਿਨ ਰੌਲਾ ਰੱਪਾ ਜਿਹਾ ਪਾ ਕੇ ਭਰੇ ਚਲੇ ਜਾਂਦੇ ਸੀ। ਹੁਣ ਇਸ ਵੇਲੇ ਮਜਬੂਰੀ ਹੈ। ਇਸ ਵੇਲੇ ਮੇਰੇ ਖਿਆਲ ਨਾਲ ਉਹਨਾਂ ਨੂੰ ਵੈਸੇ ਬੜੇ ਦਿਨ ਹੁੰਦੇ ਆ ਕਿ ਆਪਣੀ ਬਿਆਨਬਾਜ਼ੀ ਕਰਦੇ ਰਹਿਣ, ਬਜਾਏ ਕਿ ਹੁਣ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਜੀ ਹੋਣਾ ਚਾਹੀਦਾ। ਹਾਂ, ਇਸ ਗੱਲ 'ਚ ਇੱਕ ਗੱਲ ਦਾ ਫਾਇਦਾ ਕੈਪਟਨ ਅਮਰਿੰਦਰ ਨੂੰ ਜ਼ਰੂਰ ਹੈ। ਆਪਾਂ ਵੀ ਜਾਣਦੇ ਹਾਂ ਕਿ ਸੈਸ਼ਨ ਛੋਟਾ ਰੱਖਣਾ ਤਾਂ ਚਲੋ ਇਸ ਸਮੇਂ ਦੀ ਮੰਗ ਆ, ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ
ਜਿਹੜੀ ਸਰਕਾਰ ਉਹਨਾਂ ਦੀ ਇੱਕ ਫੇਲ ਸਰਕਾਰ ਦੇ ਤੌਰ ਤੇ ਨਜ਼ਰ ਆ ਰਹੀ ਹੈ, ਉਹ ਇਸ ਦੇ ਵਿੱਚ ਓਟ ਆਸਰਾ ਵੀ ਲੈ ਰਹੇ ਨੇ ਵੀ ਜੇ ਕਿਤੇ ਸੈਸ਼ਨ 2-3 ਦਿਨਾਂ ਦਾ ਰੱਖ ਲਿਆ ਤਾਂ ਜਿਹੜੀ ਵਿਰੋਧੀ ਧਿਰਾਂ ਨੇ ਸਾਡੇ ਬਖੀਏ ਦੇੜ ਦੇਣੇ ਆ। ਸੋ ਇਸ ਕਰਕੇ ਕਰੋਨਾ ਦੀ ਆੜ ਦੇ ਵਿੱਚ ਸਾਰੀਆਂ ਪਾਰਟੀਆਂ ਆਪੋ ਆਪਣੀ ਸਿਆਸਤ ਕਰ ਰਹੀਆਂ ਨੇ, ਪਰ ਜਿਸ ਤਰੀਕੇ ਨਾਲ ਗਿਣਤੀ ਵਧੀ ਹੈ, ਇੱਕ ਮੈਡੀਕਲ ਐਮਰਜੈਂਸੀ ਵੀ ਲੱਗੀ ਆ। ਮੈਡੀਕਲ ਐਮਰਜੈਂਸੀ ਦੇ ਤਹਿਤ ਇੱਕ ਪ੍ਰਾਇੋਰਟੀ ਹੁੰਦੀ ਹੈ ਜਦੋਂ ਜਿਹੜੀ ਕਿਸੇ ਚੀਜ਼ ਨੂੰ ਦੇਣੀ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੇਸ ਜਿਸ ਤਰੀਕੇ ਨਾਲ ਵੱਧ ਰਹੇ ਆ, ਔਰ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸ਼ੰਕਾ ਜ਼ਾਹਰ ਕੀਤਾ ਕਿ 15 ਸਤੰਬਰ ਤੱਕ ਇਟ ਕੁਡ ਪੋਸੀਬਲ ਕਿ ਲੱਖ ਤੇ ਨਾ ਡਾਟਾ ਪਹੁੰਚ ਜਾਏ। ਇਸ ਕਰਕੇ ਅਸੀਂ ਸਖਤਾਈ ਕਰਾਂਗੇ। ਸੋ ਕੁੱਲ ਮਿਲਾ ਕੇ ਜੇ ਆਪਾਂ ਪੂਰੇ ਕੈਨਵਸ ਤੇ ਦੇਖਦੇ ਹਾਂ ਅਰਸ਼ ਜੀ, ਕਰੋਨਾ ਦੀ ਜੈਕਟ ਦੁਨੀਆ ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਬਣਦੀ ਜਾ ਰਹੀ ਹੈ। ਇੰਸ਼ਾਅੱਲਾ ਪਰਮਾਤਮਾ ਕਰੇ ਕਿ ਜਲਦੀ ਇਹਦੀ ਵੈਕਸੀਨ ਨਿਕਲੇ, ਕੋਈ ਨਾ ਕੋਈ ਦਾ ਹੱਲ ਨਿਕਲੇ, ਨਹੀਂ ਤਾਂ ਬਹੁਤ ਸਾਰੀਆਂ ਪਰਿਵਾਰਾਂ ਦੀਆਂ, ਰਿਸ਼ਤੇਦਾਰਾਂ ਦੀਆਂ ਕੀਮਤੀ ਜਾਨਾਂ ਕਿਸੇ ਨਾ ਕਿਸੇ ਦੀਆਂ ਜਾ ਰਹੀਆਂ। ਜੀ ਬਿਲਕੁਲ, ਕਿਉਂਕਿ ਜਿੱਥੋਂ ਇਹ ਪੈਦਾ ਹੋਇਆ ਸੀ, ਜੇ ਅਸੀਂ ਚੀਨ ਦੀ ਗੱਲ ਕਰੀਏ ਤਾਂ ਉੱਥੇ ਕੇਸ ਜਿਹੜੇ ਨੇ ਉਹ ਘਟ ਰਹੇ ਹੈਗੇ ਨੇ, ਪਰ ਹੋਰ ਦੇਸ਼ਾਂ ਦੇ ਵਿੱਚ ਵੱਧ ਰਹੇ ਨੇ। ਹੁਣ ਅਸੀਂ ਬ੍ਰਾਜ਼ੀਲ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਜਿਹੜੇ ਕੇਸ ਹੈਗੇ ਨੇ ਉਹ ਵੱਧ ਰਹੇ ਸੀਗੇ, ਤੇ ਫਿਰ ਉੱਥੇ ਵੀ ਜ਼ਿਆਦਾ ਜਿਹੜੇ ਕਰੋਨਾ ਦੇ ਕੇਸ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਹੈਗੇ ਆ। ਤਾਂ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਹੁਣ ਅਮਰੀਕਾ ਦੀ ਗੱਲ ਕਰੀ ਜਾਈਏ ਤਾਂ ਅਮਰੀਕਾ ਦੇ ਵਿੱਚ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਲੈਕਸ਼ਨ ਹੋਣੇ ਆ ਨਾ, 3 ਨਵੰਬਰ ਨੂੰ ਇਲੈਕਸ਼ਨ ਹੋਣੇ ਆ, ਤੇ ਉਦੋਂ ਤੱਕ 2.5 ਲੱਖ ਤੋਂ ਉੱਤੇ ਬੰਦੇ ਦੀ ਮੌਤ ਹੋ ਸਕਦੀ ਹੈ। ਕਿਉਂਕਿ ਕੋਈ ਉੱਥੇ ਜਦੋਂ ਵੀ ਜੇ ਡੋਨਲਡ ਟਰੰਪ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਜਦੋਂ ਵੀ ਸੁਜੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਾਕਟਰਸ ਦੇ ਵੱਲੋਂ, ਤਾਂ ਉਹਨਾਂ ਨੂੰ ਉਹ ਨਜ਼ਰਅੰਦਾਜ਼ ਕਰ ਦਿੰਦੇ ਆ। ਉਹਨਾਂ ਨੂੰ ਕਹਿ ਦਿੰਦੇ ਆ ਕਿ ਇਹ ਤਾਂ ਉਦਾਂ ਹੀ ਬੋਲ ਰਹੇ ਆ, ਜਾਂ ਉਹਨਾਂ ਦੀ ਥਾਂ ਤੇ ਕਿਸੇ ਹੋਰ ਬੰਦੇ ਨੂੰ ਰੱਖ ਲਿਆ ਜਾਂਦਾ। ਹੁਣ ਡਾਕਟਰ ਜਿਹੜੇ ਉਹਨਾਂ ਦੇ ਟਰੰਪ ਦੇ ਖਾਸ ਡਾਕਟਰ ਹੈਗੇ ਆ, ਉਹਨੂੰ ਅਪਾਇੰਟ ਕਰ ਲਿਆ ਗਿਆ। ਸੋ ਇਦਾਂ ਆ ਕਿ ਹਰ ਦੇਸ਼ ਦੇ ਵਿੱਚ ਜਿਹੜੀ ਹੈ ਉਹ ਸਿਆਸਤ ਜਿਹੜੀ ਹੋ ਰਹੀ ਹੈਗੀ ਆ। ਹੁਣ ਅਸੀਂ ਜੇ ਕੈਨੇਡਾ ਦੀ ਗੱਲ ਕਰ ਲਈਏ, ਇੱਕ ਪਾਸੇ ਤੋਂ ਕਹਿ ਰਹੇ ਨੇ ਕਿ ਅਸੀਂ ਟੀਮ ਕੈਨੇਡਾ ਬਣ ਕੇ ਗੱਲ ਕਰ ਰਹੇ ਹੈਗੇ ਆ, ਪਰ ਹੁਣ ਕਰੋਨਾ ਵਾਇਰਸ ਨੂੰ ਜਿਹੜੇ ਕੇਸ ਨੇ ਉਹ ਵੱਧ ਰਹੇ ਨੇ, ਪਰ ਜਿਹੜੇ ਸਾਡੇ ਪ੍ਰਧਾਨ ਮੰਤਰੀ ਆ ਉਹ ਵੀ ਚੈਰਿਟੀ ਘਪਲੇ ਚੋਂ ਹੀ ਨਹੀਂ ਨਿਕਲ ਰਹੇ। ਉਹਨਾਂ ਦੇ ਉਹ ਖੁਦ ਹੋਰ ਪਾਸੇ ਜਾ ਰਹੇ ਨੇ, ਤੇ ਕਰੋਨਾ ਨੂੰ ਲੈ ਕੇ ਤਾਂ ਕੋਈ ਅਨਾਉਂਸਮੈਂਟ ਜਿਹੜੀ ਉਹ ਹੋ ਹੀ ਨਹੀਂ ਰਹੀ ਕਿ ਕੀ ਕੁਝ ਹੋਇਆ। ਅੱਜ ontario ਨਾਲ ਰਲ ਕੇ ਉਹਨਾਂ ਨੇ N95 ਮਾਸਕ ਦੀ ਜਿਹੜੀ ਹੈ ਉਹ ਪ੍ਰੋਡਕਸ਼ਨ ਕਰਨ ਦੀ ਜਿਹੜੀ ਗੱਲ ਉਹ ਕੀਤੀ ਹੈਗੀ ਹੈ, ਪਰ ਵੈਕਸੀਨ ਤੇ ਕੀ ਕੁਝ ਹੋ ਰਿਹਾ ਜਾਂ ਕੀ ਨਵੇਂ ਇਕਵਿਪਮੈਂਟ ਆ ਰਹੇ ਨੇ ਜਾਂ ਕੀ ਹੋ ਰਿਹਾ, ਇਸ ਬਾਰੇ ਅਜੇ ਕੁਝ ਵੀ ਨਹੀਂ ਪਤਾ ਕਿ ਕੈਨੇਡਾ ਦੇ ਵਿੱਚ ਵੀ ਕੀ ਹੋ ਰਿਹਾ ਹੈਗਾ। ਸੋ ਕੁੱਲ ਮਿਲਾ ਕੇ ਸਾਰੇ ਦੇਸ਼ਾਂ ਦੀ ਗਿਣਤੀ ਜਿਹੜੀ ਹੈਗੀ ਆ ਉਹ ਕਰੋਨਾ ਵਾਇਰਸ ਦੇ ਨਾਲ ਵੱਧ ਰਹੀ ਹੈਗੀ ਆ। ਹਰ ਰੋਜ਼ ਨਵਾਂ ਡੇਟਾ ਜਿਹੜਾ ਹੈਗਾ ਵਰਲਡੋਮੀਟਰ ਤੇ ਸਾਹਮਣੇ ਆ ਜਾਂਦਾ। ਸਵੇਰੇ ਉੱਠ ਕੇ ਮੈਨੂੰ ਲੱਗਦਾ ਇੱਕ ਕੰਮ ਪਹਿਲਾਂ ਇਹੀ ਹੁੰਦਾ ਕਿ ਅਜੇ ਇਹ ਦੇਖੀਏ ਕਿ ਕਿੰਨਾ ਡਾਟਾ ਕੀ ਕਹਿੰਦਾ ਹੈਗਾ, ਕਿੰਨੇ ਲੋਕ ਜਿਹੜੇ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਗਏ ਨੇ। ਜਨਜੀਵਨ ਭਾਵੇਂ ਪਟੜੀ ਦੇ ਉੱਤੇ ਦੁਬਾਰਾ ਆ ਗਿਆ ਹੈਗਾ, ਲੋਕ ਦੁਬਾਰਾ ਇਕਨੋਮੀ ਰਿਜ਼ਿਊਮ ਹੋ ਗਈ ਹੈ, ਪਰ ਇਸ ਸਾਲ ਘਾਟਾ ਇਕਨੋਮੀ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਘਾਟਾ ਪੈਣ ਵਾਲਾ, ਤੇ ਮੈਨੂੰ ਲੱਗਦਾ ਬਹੁਤ ਸਾਲ ਲੱਗ ਜਾਣੇ ਆ ਇਸ ਘਾਟੇ ਚੋਂ ਨਿਕਲਣ ਦੇ ਵੇਲੇ, ਕਿਉਂਕਿ ਹਰੇਕ ਕੰਟਰੀ ਦੇ ਉੱਤੇ ਡੈਥ ਤਾਂ ਹੁੰਦਾ ਹੀ ਹੈ, ਬਿਲਕੁਲ ਹੁੰਦਾ ਹੀ ਹੈ, ਪਰ ਇਹ ਡੈਥ ਹੁਣ ਇੰਨਾ ਡੂੰਘਾ ਹੋ ਜਾਣਾ ਨਾ, ਇੱਕ ਦਲਦਲ ਬਣ ਜਾਣਾ ਜਿੱਥੋਂ ਨਿਕਲਣਾ ਮੈਨੂੰ ਲੱਗਦਾ ਬਹੁਤ ਔਖਾ। ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਇਹਦੇ ਨਤੀਜੇ ਬੜੇ ਦੂਰ ਤੱਕ ਆਪਾਂ ਨੂੰ ਨਜ਼ਰ ਆਉਣੇ ਆ। ਫਿਲਹਾਲ ਤਾਂ ਬਹੁਤ ਸਾਰੇ ਲੋਕਾਂ ਨੂੰ ਸਰਵ ਮਿਲਦੀ ਹੈ ਜਾਂ ਫਾਈਨੈਂਸ਼ੀਅਲ ਸਪੋਰਟਸ ਮਿਲ ਰਹੀਆਂ ਨੇ ਸਰਕਾਰਾਂ ਵੱਲੋਂ, ਜਾਂ ਫਿਰ ਅਜੇ ਲੋਕ ਕਿਤੇ ਨਾ ਕਿਤੇ ਚੱਲ ਰਹੇ ਆ। ਜਿਵੇਂ ਇੱਥੇ ਦੀ ਜਿਵੇਂ ਆਪਾਂ ਰੀਅਲ ਸਟੇਟ ਮਾਰਕੀਟ ਦੇਖ ਰਹੇ ਹਾਂ, ਉਹ ਅਜੇ ਹੌਟ ਕੇਕ ਨਜ਼ਰ ਆਉਂਦਾ ਹੈ, ਪਰ ਉਸ ਦਾ ਜਿਹੜਾ ਦੂਸਰਾ ਕੋਇਨ ਦਾ ਹਿੱਸਾ ਹੈ ਉਹ ਅਜੇ ਨਜ਼ਰ ਨਹੀਂ ਆਉਂਦਾ। ਇਸੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਜਿਸ ਤਰੀਕੇ ਨਾਲ ਕਰੋੜਾਂ ਦੇ ਵਿੱਚ ਨੌਕਰੀਆਂ ਜਾ ਰਹੀਆਂ ਨੇ, ਖਾਸ ਤੌਰ ਤੇ ਜੇ ਮੈਂ ਭਾਰਤ ਦੀ ਗੱਲ ਕਰਾਂ ਜਾਂ ਬਾਕੀ ਮੁਲਕਾਂ ਦੀ ਗੱਲ ਕਰਾਂ, ਬਹੁਤ ਸਾਰੀਆਂ ਨੌਕਰੀਆਂ, ਔਰ ਬੈਂਕਾਂ ਦਾ ਇਨਬੈਲੈਂਸ ਹੋਣਾ, ਇਹ ਜਿਹੜਾ ਸਾਡਾ ਫਿਸਕਲ ਈਅਰ ਹੁੰਦਾ ਉਸ ਦੇ ਵਿੱਚ ਅਨਬੈਲੈਂਸ ਹੋ ਜਾਣਾ, ਸਰਕਾਰਾਂ ਦੇ ਰੈਵਨਿਊ ਖਤਮ ਹੋ ਜਾਣੇ, ਇਹ ਬਹੁਤ ਘਾਤਕ ਸਿੱਟੇ ਕਾਰਨ ਤੁਹਾਡਾ ਨਿਕਲ ਸਕਦੇ ਆ। ਸੋ ਹੋਪ ਸੋ ਪਰਮਾਤਮਾ ਦੀ ਡੋਰ ਤੇ ਕਹਿੰਦੇ ਹੁੰਦੇ ਆ, ਜਦੋਂ ਕੋਈ ਤੁਹਾਨੂੰ ਰਸਤਾ ਨਾ ਲੱਭਦਾ ਹੋਵੇ ਫਿਰ ਪਰਮਾਤਮਾ ਤੇ ਡੋਰ ਛੱਡ ਦਊਗਾ, ਆਪਣੇ ਆਪੇ ਰਸਤਾ ਕੋਈ। ਜੀ ਬਿਲਕੁਲ, ਤੇ ਨਾਲ ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ। ਨਾਲ ਹੁਣ ਜੇ ਅਸੀਂ ਸਰੀ ਦੀ ਗੱਲ ਕਰੀਏ, ਅਸੀਂ ਜੇ ਕੈਨੇਡਾ ਦੀ ਗੱਲ ਕਰ ਰਹੇ ਹੈਗੇ ਤਾਂ ਸਰੀ ਦੇ ਵਿੱਚ ਇੱਕ ਜੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੇ ਸਰੂਪ ਹੈਗੇ ਆ ਜਿਹੜੇ, ਉਹ ਛਪਾਈ ਦਾ ਜਿਹੜਾ ਮਾਮਲਾ ਹੈਗਾ ਆ ਉਹ ਬਹੁਤ ਜਿਹੜਾ ਹੈ ਉਹ ਅੱਗੇ ਵੱਧ ਗਿਆ ਹੈਗਾ ਆ, ਕਿਉਂਕਿ ਇੱਕ ਜੋ ਸਤਨਾਮ ਟਰਸਟ ਹੈ ਉਹਦੇ ਦੁਆਰਾ ਇਹ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈ ਉਹ ਪ੍ਰਕਾਸ਼ਿਤ ਕੀਤੇ ਗਏ ਹੈਗੇ ਆ, ਉਹ ਛਾਪੇ ਗਏ ਹੈਗੇ, ਤੇ ਉਹ ਛਾਪਣਾ ਜੋ ਹੈ ਇਲੀਗਲ ਹੈ, ਕਿਉਂਕਿ ਉਹ ਸਿਰਫ ਜੋ ਅੰਮ੍ਰਿਤਸਰ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਰਜਾਮੰਦੀ ਦੇ ਨਾਲ ਹੀ ਛਾਪ ਸਕਦੇ ਆ, ਉਸ ਤੋਂ ਬਿਨਾਂ ਨਹੀਂ ਛਾਪ ਸਕਦੇ। ਹੁਣ ਜੇ ਰਿਪੁਦਮਨ ਸਿੰਘ ਦੀ ਜੇ ਗੱਲ ਕਰੀਏ, ਅਸੀਂ ਬਲਵੰਤ ਸਿੰਘ ਦੀ ਗੱਲ ਕਰ ਲਈਏ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਛਾਪੇ ਗਏ ਹੈਗੇ ਆ, ਤੇ ਉਸ ਤੋਂ ਬਾਅਦ
ਜਦੋਂ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਸੀ ਉਹਨਾਂ ਨੇ ਰਲ ਕੇ ਜਦੋਂ ਮੀਟਿੰਗ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਛਪਵਾਈ ਇੱਥੇ ਨਹੀਂ ਹੋਵੇਗੀ, ਮਸ਼ੀਨਾਂ ਵੀ ਤੁਸੀਂ ਫ੍ਰੀ ਲੈ ਜਾਓ। ਸੋ ਉਹ ਮਾਮਲੇ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕੁਝ ਹੋ ਰਿਹਾ? ਦੇਖੋ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਆਉਂਦਾ ਤਾਂ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਈਸਟ ਹੈ, ਜੀ ਤੋਂ ਅਸੀਂ ਸੇਧ ਲੈਂਦੇ ਹਾਂ ਦੁਨੀਆ ਭਰ 'ਚ, ਜਦੋਂ ਤੋਂ ਆਪਾਂ ਨੂੰ ਸਾਰਿਆਂ ਨੂੰ ਸੁਰਤ ਸੰਭਲੀ ਹੈ ਜਾਂ ਆਪਣੇ ਬਜ਼ੁਰਗਾਂ ਨੂੰ ਹੈ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਵੱਡੇ ਅਸੀਂ ਉੱਚੇ ਮੁਕਾਮ ਤੇ ਰੱਖ ਕੇ ਜ਼ਿੰਦਗੀ ਵੇਚਦੇ ਹਾਂ। ਬਿਲਕੁਲ। ਪਰ ਜਦੋਂ ਹੁਣ ਇਹਨਾਂ ਦਿਨਾਂ 'ਚ ਗੁਰੂ ਗ੍ਰੰਥ ਸਾਹਿਬ ਵਰਗੀ ਇੱਕ ਅਸੀਮ ਸ਼ਕਤੀ ਜਿਹਨੂੰ ਅਸੀਂ ਮੰਨਦੇ ਹਾਂ, ਉਸ ਦੀ ਜਦੋਂ ਗੱਲ ਹੁੰਦੀ ਹੈ, ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਸਾਰੀਆਂ ਸੁਣਨ ਨੂੰ ਮਿਲਦੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਜਾਂ ਫਿਰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਕੀਤੀ ਗਈ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਪਤਾ ਨਾ ਲੱਗਣਾ ਕਿੱਥੇ ਗਈਆਂ, ਜਾਂ ਫਿਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ। ਉਹਨਾਂ 'ਚੋਂ ਇੱਕ ਘਟਨਾ ਆ, ਇੱਕ ਜਿਹੜਾ ਅੱਜ ਕੱਲ੍ਹ ਕਾਫੀ ਇਸ ਦੀ ਚਰਚਾ ਜੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿੱਚ ਸਾਡੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਇੱਕ ਸੰਸਥਾ ਹੈ ਜਿਸ ਨੇ ਸਾਡੇ ਧਰਮ ਨੂੰ ਉਹਦੀ ਸਾਂਭ ਸੰਭਾਲ ਵਾਸਤੇ ਇੱਕ ਮੈਨੇਜਮੈਂਟ ਕਮੇਟੀ ਹੈ। ਉਹ ਮੈਨੇਜਮੈਂਟ ਕਮੇਟੀ ਦੇ ਬਜਾਏ ਮੈਨੂੰ ਐ ਲੱਗਦਾ ਵੀ ਲੋਟੂ ਕਮੇਟੀ ਜੀ ਉਹ ਜ਼ਿਆਦਾ ਬਣ ਗਈ ਹੈ, ਜਿਸ ਕਰਕੇ ਦੁਨੀਆ ਭਰ ਦੀਆਂ ਨਿਗਾਹ ਉਹਨਾਂ ਤੇ ਹਮੇਸ਼ਾ ਇਸ ਕਰਕੇ ਲੱਗੇ ਰਹਿੰਦੇ ਨੇ ਵੀ ਇਹਨਾਂ ਨੇ ਪਤਾ ਨਹੀਂ ਕੀ ਚੰਨ ਚਾੜ ਦੇਣਾ। ਜਦੋਂ ਤੁਹਾਡੀ ਰੈਪੂਟੇਸ਼ਨ ਇਦਾਂ ਬਣ ਜੇ ਸਮਾਜ ਦੇ ਵਿੱਚ, ਤਾਂ ਕਹਿੰਦੇ ਹੁੰਦੇ ਨੇ ਪੈਸਾ ਗਿਆ ਫਿਰ ਕੁਛ ਨਾ ਗਿਆ, ਜੇਕਰ ਤੁਹਾਡਾ ਮਾਣ ਸਤਿਕਾਰ ਗਿਆ ਫਿਰ ਸਾਰਾ ਕੁਝ ਹੀ ਚਲੇ ਜਾਂਦਾ। ਹੁਣ SGPC ਨੇ ਜਿਸ ਤਰੀਕੇ ਨਾਲ ਪਿਛਲੇ ਸਮਿਆਂ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲਿਆਂ 'ਚ ਕਈ ਵਾਰੀ ਇਸ ਤਰ੍ਹਾਂ ਦੇ ਫੈਸਲੇ ਲਏ ਆ, ਜਿਸ ਕਰਕੇ ਸ਼ੰਕਾ ਖੜਾ ਹੋਇਆ। ਚਲੋ 267 ਬੀੜਾਂ ਦਾ ਇਹਨਾਂ ਦਿਲਾਂ 'ਚ ਬੜਾ ਚਰਚਾ ਚੱਲ ਰਿਹਾ ਸੀ ਵੀ ਕਿੱਥੇ ਨੇ, ਉਸ ਦੀ ਜਾਂਚ ਪੜਤਾਲ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ। ਹੁਣ ਆ ਲੇਟੈਸਟ ਆ ਗਿਆ ਕਿ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸਰਦਾਰ ਰਿਪੁਦੀਮਨ ਸਿੰਘ ਮਲਿਕ ਨੇ, ਸ਼ਾਇਦ ਜੀ ਨਾਲ ਉਹਨਾਂ ਦੇ ਸਰਦਾਰ ਬਲਵੰਤ ਸਿੰਘ ਹੋਣੀ ਨੇ, ਜਿਨ੍ਹਾਂ ਦਾ ਸਤਨਾਮ ਹੈ ਐਜੂਕੇਸ਼ਨ ਟਰਸਟ ਸ਼ਾਇਦ ਬਣਾਇਆ ਹੋਇਆ, ਤੇ ਉਹਨਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਕਰਨੀ ਇਹ ਗੱਲ ਕਹਿ ਕੇ ਸ਼ੁਰੂ ਕਰਤੀ ਹੈ ਕਿ ਅਸੀਂ SGPC ਵੱਲੋਂ ਆਥੋਰਾਈਜ਼ ਹਾਂ, ਇਸ ਕਰਕੇ ਅਸੀਂ 15 ਬੀੜਾਂ ਇਹਦੀਆਂ ਉਦੋਂ ਤੱਕ ਛਪ ਚੁੱਕੀਆਂ ਸੀ ਜਦੋਂ ਤੱਕ ਇਹ ਚਰਚਾ ਸ਼ੁਰੂ ਹੋਇਆ। ਫਿਰ ਇਸ ਤੇ ਵਿਚਾਰ ਚਰਚਾ ਹੋਈਆਂ, ਮੀਡੀਆ ਦੇ ਵਿੱਚ ਆਇਆ, ਔਰ ਖਾਸ ਤੌਰ ਤੇ ਆਪਣਾ ਇਸ FPI ਮੀਡੀਆ ਦਾ ਇੱਕ ਸਪੈਸ਼ਲ ਪ੍ਰੋਗਰਾਮ ਜਿਸ ਦੇ ਵਿੱਚ ਸੀਨੀਅਰ ਜਰਨਲਿਸਟ ਸਰਦਾਰ ਕੁਲਦੀਪ ਸਿੰਘ ਜੀ ਹੋਣੀ, ਬਲਜਿੰਦਰ ਕੌਰ ਜੀ ਹੋਣੀ, ਜਦੋਂ ਉਹਨਾਂ ਨੇ ਡਿਸਕਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਜਿਹੜੇ ਇੱਥੋਂ ਜਿਹੜੀ ਸੰਸਥਾ ਇਹਨੂੰ ਛਾਪ ਰਹੀ ਸੀ, ਫਿਰ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਈਮੇਲ ਕਰਦੇ ਹਾਂ ਕਿ ਅਸੀਂ ਇਸ ਤੋਂ ਆਪਣੇ ਹੱਥ ਪਿੱਛੇ ਕਰ ਲੈਂਦੇ ਹਾਂ। ਹੁਣ ਗੱਲ ਇਹ ਨਹੀਂ ਹੈਗੀ, ਉਹਨਾਂ ਨੇ ਕਹਿਤਾ ਵੀ ਛਪਾਈਆਂ ਨਹੀਂ, ਪਰ ਪਹਿਲਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ SGPC ਨੇ ਸਾਨੂੰ ਰਾਈਟ ਦਿੱਤੇ ਆ, ਅੱਜ SGPC ਦਾ ਬਿਆਨ ਆਇਆ ਕਿ ਅਸੀਂ ਕਿਸੇ ਵੀ ਸੰਸਥਾ ਨੂੰ ਇੱਕ ਗੁਰੂ ਰਾਮਸਰ ਸਾਹਿਬ ਤੋਂ ਬਿਨਾਂ, ਜਿੱਥੇ ਗੁਰਦੁਆਰਾ ਸਾਹਿਬ ਦੀ ਛਪਾਈ ਹੁੰਦੀ ਹੈ, ਜਿੱਥੇ ਪਿਛਲੇ ਦਿਨਾਂ 'ਚ ਉਹਨਾਂ ਦੀ ਬੇਅਦਬੀ ਦੀਆਂ ਖਬਰਾਂ ਆਈਆਂ ਨੇ ਜਾਂ ਫਿਰ ਗੈਪ ਹੋਣ ਦੀਆਂ ਆਈਆਂ ਨੇ, ਉਸ ਤੋਂ ਬਿਨਾਂ ਦਾ ਰਾਈਟ ਹੀ ਕਿਸੇ ਕੋਲ ਨਹੀਂ। ਫਿਰ ਇਸ ਮਾਮਲੇ 'ਚ ਝੂਠ ਕੌਣ ਬੋਲ ਰਿਹਾ ਹੈ ਕਿ ਕੋਈ ਗੁਰੂ ਗ੍ਰੰਥ ਸਾਹਿਬ ਵਰਗੀ ਆਲਮੀ ਜਿਹੜੀ ਸਾਡੀ ਜਿਹਨੂੰ ਅਸੀਂ ਮਾਣ ਸਤਿਕਾਰ ਦਿੰਦੇ ਹਾਂ, ਕਿ ਉਹਦੇ ਤੇ ਵੀ ਬਿਜ਼ਨਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਸਵਾਲ ਇਹ ਹੈ ਜੀ। ਹੁਣ ਉਸ ਮਾਮਲੇ ਦੇ ਵਿੱਚ SGPC ਨੇ ਕਿਹਾ ਕਿ ਜਿਹੜਾ ਅਸੀਂ ਬਹੁਤ ਪੁਰਾਣਾ 1998 ਦਾ ਹੈ ਸੀਗਾ ਮਤਾ, ਜਿਹੜਾ ਜਿਸ ਦੇ ਮੁਤਾਬਕ ਹੋਰ ਕੋਈ ਛਪਾਈ ਨਹੀਂ ਕਰ ਸਕਦਾ, ਸੋ ਉਹਨਾਂ ਦਾ ਇਹ ਸਵਾਲ ਉਠਾਉਣਾ, ਅਕਾਲ ਤਖਤ ਦੇ ਜਥੇਦਾਰ ਵੱਲੋਂ ਚੱਕਣਾ, ਸੋ ਇਹ ਕਾਫੀ ਸਾਰੇ ਸ਼ੰਕੇ ਖੜੇ ਕਰਦਾ ਕਿ ਜਿਹੜੀਆਂ ਚਾਹੇ ਇੱਥੇ ਬੜੀਆਂ ਰਿਸਪੈਕਟੇਬਲ ਹੋਣ, ਬੜੀਆਂ ਸਾਫ ਸੁਥਰੀ ਉਹ ਸੰਸਥਾ ਹੋਵੇ, ਬਹੁਤ ਮਾਣ ਸਤਿਕਾਰ ਦੇ ਨਾਲ ਛਾਪਦੀ ਹੋਵੇ, ਪਰ ਜਦੋਂ ਹੁਣ SGPC ਵੱਲੋਂ ਹੀ ਇਸ ਦਾ ਖੰਡਨ ਆ ਗਿਆ ਤਾਂ ਫਿਰ ਕਿਤੇ ਜਾ ਕੇ ਇਸ ਗੱਲ ਤੇ ਸਵਾਲ ਜ਼ਰੂਰ ਖੜੇ ਹੋ ਰਹੇ ਆ। ਸਵਾਲ ਤਾਂ ਸਾਡੀਆਂ ਸੰਸਥਾਵਾਂ ਤੇ ਵੈਸੇ ਵੀ ਹੋ ਰਿਹਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ 'ਚ ਜਿੰਨੀ ਅਵੇਲਣਾ ਜੀ ਪਿਛਲੇ ਸਮੇਂ ਤੋਂ ਉਹਨਾਂ ਨੇ ਦਿਖਾਈ ਹੈ, ਉਹਦੇ ਨਾਲ ਸਾਡਾ ਸਾਰਿਆਂ ਦਾ ਦਿਲ ਜ਼ਰੂਰ ਦੁਖਦਾ। ਜੀ ਬਿਲਕੁਲ, ਦਿਲ ਜ਼ਰੂਰ ਦੁਖਦਾ, ਤੇ ਨਾਲ ਇਹ ਹੁੰਦਾ ਕਿ ਅਸੀਂ ਅੱਗੇ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹੈਗੇ ਆ, ਕੀ ਉਹਦੇ ਵਿੱਚ ਜਦੋਂ ਛਪਵਾਈ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਕੋਈ ਕੁਝ ਫੇਰ ਬਦਲ ਨਾ ਹੋ ਜਾਵੇ, ਜਾਂ ਉਹਦੇ ਵਿੱਚ ਕੋਈ ਵਾਕ ਜਾਂ ਸ਼ਬਦ ਇਦਾਂ ਦਾ ਨਾ ਐਡ ਕੀਤਾ ਜਾਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇ ਹੀ ਨਾ, ਜਿਹੜਾ ਉਹਨਾਂ ਦਾ ਸੰਦੇਸ਼ ਹੋਵੇ ਹੀ ਨਾ, ਆਪਣੇ ਵੱਲੋਂ ਹੀ ਕੁਝ ਐਡ ਕਰਕੇ ਛਪਵਾਇਆ ਜਾਵੇ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਕੀ ਇਹ ਕਿਹੜੀ ਸਾਜ਼ਿਸ਼ ਦੇ ਅਧੀਨ ਇਹ ਕੁਝ ਕੀਤਾ ਗਿਆ ਹੈਗਾ ਆ। ਭਾਵੇਂ ਉਹਨਾਂ ਨੇ ਹਥਿਆਰ ਸਿੱਟ ਦਿੱਤੇ ਹੈਗੇ ਨੇ, ਭਾਵੇਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇੱਥੇ ਛਪਾਈ ਨਹੀਂ ਕਰਾਂਗੇ, ਪਰ ਫਿਰ ਵੀ ਜਿਹੜੀ BC ਗੁਰਦੁਆਰਾ ਕਮੇਟੀ ਹੈਗੀ ਹੈ, BC ਗੁਰਦੁਆਰਾ ਕੌਂਸਲ ਹੈਗੀ ਆ, ਉਹਨਾਂ ਨੇ ਇੱਕ ਚੇਤਾਵਨੀ ਪੱਤਰ ਜਿਹੜਾ ਹੈਗਾ ਆ
ਉਹ ਦਿੱਤਾ ਹੈਗਾ ਰਿਪੁਦਮਨ ਸਿੰਘ ਮਲਿਕ ਹੋਰਾਂ ਨੂੰ ਕਿ ਜਿਹੜੇ ਵੀ ਤੁਸੀਂ ਛਪਾਏ ਹੈਗੀਆਂ ਨੇ ਬੀੜਾਂ ਸਰੂਪ ਛਪਾਏ ਹੈਗੇ ਨੇ ਉਹ ਤੁਸੀਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਹੈ ਜਿਹੜਾ ਉੱਥੇ ਤੁਸੀਂ ਦੇ ਕੇ ਜਾਓ ਤੇ ਨਾਲ ਨਾਲ ਜਿਹੜਾ ਮਸ਼ੀਨ ਦਾ ਛਪਵਾਈ ਦਾ ਜਿਹੜਾ ਸਮਾਨ ਹੈਗਾ ਉਹ ਉੱਥੇ ਦੇ ਕੇ ਜਾਓ। ਜੋ ਨਹੀਂ ਸਬਮਿਟ ਕਰਵਾਉਂਦੇ ਤਾਂ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਇਸ ਤੋਂ ਵੀ ਅੱਗੇ ਇੱਕ ਮੇਰੇ ਜ਼ਿਹਨ 'ਚ ਇਹ ਗੱਲ ਆ ਰਹੀ ਹੈ ਅਰਸ਼ੀ ਜੀ ਕਿ ਇਹ ਜਦੋਂ ਬਾਰ-ਬਾਰ ਇਹ ਕਿਉਂ ਹੋ ਰਹੀਆਂ ਨੇ ਗੱਲਾਂ, ਜਦੋਂ ਆਪਾਂ ਨੂੰ ਪਤਾ ਹੈ ਕਿ ਇਹ ਨਹੀਂ ਹੋਣੀਆਂ ਚਾਹੀਦੀਆਂ, ਹੁਣ ਉਸ ਦੇ ਵਿੱਚ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਉਹਨਾਂ ਨੂੰ ਸਖਤ ਕਦਮ ਚੱਕਣਾ ਪੈਣਾ ਹੈ ਤਾਂ ਜੋ ਇੱਕ ਮੈਸੇਜ ਆਵੇ ਕਿ ਉਹ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਾ ਕਹੇ, ਚਾਹੇ ਜਿਹੜੀ ਮਰਜ਼ੀ ਸੰਸਥਾ ਜਾਂ ਕੋਈ ਕਿੰਨਾ ਮਰਜ਼ੀ ਸਟਰੋਂਗ ਕੋਈ ਬੰਦਾ ਕਿਉਂ ਨਾ ਹੋਵੇ। ਨਹੀਂ ਤਾਂ ਬਾਰ-ਬਾਰ ਇਹੀ ਗੱਲਾਂ ਪੁਰਾਣੇ ਸਮੇਂ 'ਚ ਹੁੰਦੀਆਂ ਆ ਰਹੀਆਂ ਨੇ। SGPC ਵੀ ਆਪਣਾ ਗੱਲਾਂ ਕਰਦੀ ਰਿਹਾ ਕਰੂਗੀ ਵੀ ਗੱਲ ਹੋਊਗੀ ਪੁਰਾਣੀ, ਬੁੱਕਣ ਮਾਰ ਬੈਠੂਗੀ ਚਤਰਾਣੀ, ਉਹ ਤਾਂ ਫਿਰ ਫਾਇਦਾ ਕੋਈ ਨਹੀਂ ਫਿਰ ਤਾਂ, ਹੈ ਨਾ। ਇਸ ਕਰਕੇ ਇਹਦੇ ਵਿੱਚ ਇੱਕ ਚਾਹੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਵੀ ਸਖਤ ਰੁਖ ਅਪਣਾਉਣਾ ਪੈਣਾ ਤੇ ਸੰਸਥਾ ਜਿਹੜੀ SGPC ਹੈ ਉਹਨੂੰ ਵੀ ਸੰਸਥਾ ਨੂੰ ਆਪਣਾ ਰੁਖ ਅਪਣਾਉਣਾ ਪੈਣਾ। ਪਰ ਉਹ ਜਿਹੜੀਆਂ ਦੋਵਾਂ ਚੀਜ਼ਾਂ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਦੋਵਾਂ ਤੇ ਵੀ ਸਿੱਖ ਕੌਮ ਅੱਜ ਕੱਲ੍ਹ ਕਾਫੀ ਉਂਗਲ ਖੜੀ ਕਰ ਰਹੀ ਹੈ। ਬਿਲਕੁਲ ਇੱਕ ਗੱਲ ਮੇਰੇ ਵੀ ਦਿਮਾਗ 'ਚ ਇਸ ਗੱਲ ਤੋਂ ਸਭ ਤੋਂ ਬਾਅਦ ਆਉਂਦੀ ਹੈ ਕਿ ਸਾਨੂੰ ਲੋੜ ਹੀ ਕੀ ਹੈ, ਸਾਨੂੰ ਆਪਣੇ ਹੱਥ ਦੇ ਵਿੱਚ ਇਹ ਲੈਣ ਦੀ ਲੋੜ ਹੀ ਕੀ ਹੈ ਕਿ ਜਦੋਂ ਇੱਕ ਕਮੇਟੀ ਜਿਹੜੀ ਹੈਗੀ ਹੈ ਜਾਂ ਇੱਕ ਧਿਰ ਜਿਹੜੀ ਹੈਗੀ ਆ ਉਹ ਉਹਨਾਂ ਦੇ ਕੋਲ ਕਮਾਂਡ ਹੈਗੀ ਹੈ ਕਿ ਉਹ ਛਾਪ ਸਕਦੇ ਹੈਗੇ, ਹੋਰ ਲੋਕਾਂ ਨੂੰ ਕੀ ਲੋੜ ਹੈਗੀ ਹੈ? ਜੇ ਉਹਨਾਂ ਨੂੰ ਇੱਥੇ ਲੋੜ ਹੈਗੀ ਹੈ, ਜਿਵੇਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਬੀੜਾਂ ਦੀ ਲੋੜ ਹੈਗੀ ਹੈ ਜਾਂ ਸੈਂਚੀਆਂ ਜਿਹੜੀ ਆਪਾਂ ਪੜ੍ਹਦੇ ਆ ਉਹਨਾਂ ਦੀ ਲੋੜ ਹੈਗੀ ਹੈ, ਉਹ ਅਸੀਂ ਜਿੱਥੋਂ ਹੀ ਛਪਦੀਆਂ ਹੈਗੀਆਂ ਉੱਥੋਂ ਇੱਥੇ ਮੰਗਾ ਸਕਦੇ ਹਾਂ, ਆਸਾਨੀ ਦੇ ਨਾਲ ਮੰਗਾ ਸਕਦੇ ਹਾਂ। ਸਾਨੂੰ ਆਪ ਇਹ ਕੰਮ ਕਰਨ ਦੀ ਲੋੜ ਕੀ ਹੈਗੀ ਹੈ, ਸਭ ਤੋਂ ਪਹਿਲੀ ਗੱਲ ਤਾਂ। ਦੂਜੀ ਗੱਲ, ਜੇ ਸਾਨੂੰ ਲੋੜ ਹੈਗੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਮਾਮਲਾ ਕਲੀਅਰ ਕਰਕੇ ਪੂਰੀ ਜ਼ਿੰਮੇਵਾਰੀ ਦੇ ਨਾਲ ਰਿਸਪੌਂਸਿਬਲ ਬੰਦੇ ਨੂੰ ਕਿਉਂ ਨਹੀਂ ਕੋਈ ਜਾ ਕੇ ਗੱਲ ਕਰਦਾ, ਕਿਉਂ ਅਸੀਂ ਆਪਣੇ ਲੈਵਲ ਦੇ ਉੱਤੇ ਝੂਠੀਆਂ ਜਿਹੜੀਆਂ ਹੈ ਸਾਜ਼ਿਸ਼ਾਂ ਉਹ ਕਰਦੇ ਹੈਗੇ ਆ ਜਾਂ ਝੂਠਾ ਹੀ ਕਿਸੇ ਨੂੰ ਕਹਿ ਦਿੱਤਾ ਅਸੀਂ ਉਹਨਾਂ ਤੋਂ ਜਿਹੜੀ ਹੈ ਆਗਿਆ ਲੈ ਲਈ ਹੈ, ਕਿਉਂਕਿ ਪਤਾ ਹੈ ਕਿ ਜਦੋਂ ਇਹ ਮਾਮਲਾ ਜਦੋਂ ਬਾਹਰ ਜਾਣਾ ਹੈਗਾ ਆ, ਹੋਰ ਅਦਾਰਿਆਂ ਕੋਲ ਜਾਣਾ ਹੈ ਤੇ ਇਹ ਮਾਮਲਾ ਬਹੁਤ ਵੱਡਾ ਬਣ ਕੇ ਸਾਹਮਣੇ ਆਉਣਾ। ਬਿਲਕੁਲ ਜੀ ਬਿਲਕੁਲ। ਤੇ ਹੁਣ ਦੇਖਦੇ ਹਾਂ ਕੀ ਬਣਦਾ ਹੈ, ਕਿਉਂਕਿ ਹੁਣ ਜਿਹੜਾ ਨੋਟਿਸ ਆ ਉਹ ਭੇਜਿਆ ਗਿਆ ਹੈਗਾ ਆ, ਹੁਣ ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਆਪਾਂ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਸਟ੍ਰੀਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਰੁਕਦੇ ਹਾਂ ਕਮਰਸ਼ੀਅਲ ਬ੍ਰੇਕ ਦੇ ਲਈ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਟ੍ਰੇਟ ਟਾਕ ਅਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਰਦਾਰ ਹਰਪ੍ਰੀਤ ਸਿੰਘ ਧਾਲੀਵਾਲ ਦੇ ਨਾਲ। ਸੋ ਧਾਲੀਵਾਲ ਸਾਹਿਬ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਹੁਣ ਇੱਕ ਹੋਰ ਜਿਹੜਾ ਮਸਲਾ ਉਹ ਸਾਹਮਣੇ ਆਇਆ ਹੈਗਾ ਆ, ਧਿਆਨ ਸਿੰਘ ਮੰਡ, ਉਹਨਾਂ ਦੇ ਵੱਲੋਂ ਇਕਬਾਲ ਸਿੰਘ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ। ਇਹ ਕੀ ਮਸਲਾ ਹੈ? ਮਸਲਾ ਉਵੇਂ ਹੀ ਹੈ ਜਿਹੜਾ ਆਪਾਂ ਨੇ ਪਹਿਲਾਂ ਜ਼ਿਕਰ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ ਸਿੱਖ ਕੌਮ ਦੇ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੀਆਂ ਨੇ ਕਿ ਸਿੱਖਾਂ ਨੂੰ ਉਲਝਾਇਆ ਜਾਵੇ, ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਵੇ, ਉਹਨਾਂ 'ਚ ਭੰਬਲ ਭੂਸਾ ਪੈਦਾ ਕੀਤਾ ਜਾਵੇ ਤਾਂ ਜੋ ਕਨਫਿਊਜ਼ ਹੋ ਜਾਣ। ਇਸੇ ਕਰਕੇ ਸਿੱਖ ਧਰਮ ਦੇ ਵਿੱਚ 200-250 ਧਰਮ ਤਾਂ ਪਹਿਲਾਂ ਪੈਦਾ ਕੀਤਾ ਗਿਆ ਪੰਜਾਬ 'ਚ। ਕਿਹੜੀਆਂ ਉਹ ਕੋਈ ਕੰਬਲੀਆਂ ਵਾਲਾ, ਕੋਈ ਬੇਲਾਂ ਵਾਲਾ, ਕੋਈ ਖੇਲਾਂ ਵਾਲਾ, ਕੋਈ ਖਿਡੌਣਿਆਂ ਵਾਲਾ, 250-300 ਤਾਂ ਇਹੋ ਜਿਹਾ ਤੁਰਿਆ ਫਿਰਦਾ ਸਾਡੇ ਪੰਜਾਬ 'ਚ, ਜਿਹਦਾ ਆਪੋ ਆਪਣੇ ਉਹਨਾਂ ਦੇ ਦਾਅਵੇ ਤੇ ਵਾਅਦੇ ਨੇ ਵੀ ਸਾਡੇ ਨਾਲ ਐਡੀ ਸੰਗਤ ਹੈ। ਹੁਣ ਜਦੋਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਪਾਸੇ ਸਾਡਾ ਨੁਕਸਾਨ ਹੋ ਰਿਹਾ, ਦੂਜੇ ਪਾਸੇ ਫਿਰ ਇਸ ਤਰ੍ਹਾਂ ਦੇ ਸ਼ੰਕੇ ਪੈਦਾ ਕੀਤੇ ਜਾ ਰਹੇ ਆ ਕਿ ਤੁਹਾਡਾ ਧਰਮ ਤਾਂ ਫਲਾਣੇ ਧਰਮ ਜੋ ਹੈ। ਹਾਲਾਂਕਿ ਬਹੁਤ ਸਾਰੀਆਂ ਜਦੋਂ ਵਿਦਵਾਨ ਬੈਠਦੇ ਆ ਉਹ ਆਪਣਾ ਤਰਕ ਦੇ ਕੇ ਦੱਸਦੇ ਆ ਕਿ ਸਿੱਖ ਧਰਮ ਬੜਾ ਯੂਨੀਕ ਹੈ, ਇਸ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ। ਜਦੋਂ ਉਫਾਨ ਹੋਇਆ ਤਾਂ ਇੱਕ ਡਿਫਰੈਂਟ ਕੌਮ ਪੈਦਾ ਹੋਈ ਹੈ। ਹੁਣ ਸਭ ਤੋਂ ਵੱਡੀਆਂ ਸੰਸਥਾਵਾਂ ਤੇ ਸਭ ਤੋਂ ਛੋਟੇ ਲੋਕ ਜਦੋਂ ਬਿਠਾਏ ਜਾਂਦੇ ਆ, ਸਾਡੇ ਤਖਤ ਨੇ, ਤਖਤਾਂ ਦੇ ਉੱਤੇ ਜਦੋਂ ਬੈਠੇ ਜਥੇਦਾਰਾਂ ਦੀ ਗੱਲ ਆਪਾਂ ਕਰਦੇ ਹਾਂ, ਜਦੋਂ ਉਹਨਾਂ ਦੇ ਕਾਰਨੇ ਨਜ਼ਰ ਆਉਂਦੇ ਆ, ਫਿਰ ਇੱਕ ਕਹਾਵਤ ਹੁੰਦੀ ਆ ਨਾ, ਕਹਿੰਦਾ ਵੀ ਜੇ ਛੋਟੀ ਚੀਜ਼ ਜਾਂ ਛੋਟੀ ਕੁਰਸੀ ਤੇ ਵੱਡਾ ਬੰਦਾ ਬੈਠਾ ਹੋਵੇ ਤਾਂ ਕੁਰਸੀ ਦਾ ਮੁੱਲ ਵੱਧ ਜਾਂਦਾ। ਜੇਕਰ ਵੱਡੀ ਕੁਰਸੀ ਤੇ ਛੋਟਾ ਬੰਦਾ ਬਿਠਾ ਦਿੱਤਾ ਜਾਵੇ ਤਾਂ ਉਹਦੀ ਅਹਿਮੀਅਤ ਤੇ ਸਤਿਕਾਰ ਘਟ ਜਾਂਦਾ। ਸਾਡੇ ਸਿਆਸੀ ਤੌਰ ਤੇ ਜੋ ਚਾਪਲੂਸੀ ਕਰਨ ਵਾਲੇ ਲੋਕ ਨੇ, ਜਦੋਂ ਉਹਨਾਂ ਨੂੰ ਐਡੀਆਂ ਸੰਸਥਾਵਾਂ ਤੇ ਬਿਠਾਇਆ ਇਸ ਕਰਕੇ ਜਾਂਦਾ ਕਿ ਕਾਬਲ ਬੰਦੇ ਨਹੀਂ ਹਨ, ਇਹ ਸਾਡੇ ਵਫਾਦਾਰ ਨੇ, ਇਹ ਸਾਡੇ ਝੋਲੀ ਚੱਕ ਨੇ, ਇਹ ਸਾਡੇ ਟੁੱਕੜ ਬੋਚ ਨੇ। ਜਦੋਂ ਇਸ ਤਰ੍ਹਾਂ ਦੇ ਲੋਕ ਬੈਠਦੇ ਆ, ਇਹ ਫਿਰ ਗੱਲ ਹੋਣੀ ਹੈ ਜਿਹੜੀ ਇਸ ਵੇਲੇ ਦੀ ਚੱਲ ਰਹੀ ਹੈ। ਇਹ ਚੱਲ ਰਹੀ ਹੈ, ਉਹਨੂੰ ਗਿਆਨੀ ਇਕਬਾਲ ਸਿੰਘ ਕਹਿੰਦੇ ਸੀ, ਪਟਨਾ ਸਾਹਿਬ ਦਾ ਤਖਤ ਦਾ ਜਥੇਦਾਰ ਲਾਇਆ ਹੋਇਆ ਸੀ ਜੀ। ਪਰ ਗਿਆਨੀ ਇਕਬਾਲ ਸਿੰਘ ਤੇ ਇਸ ਗੱਲ ਦੇ ਅਰਸ਼ੀ ਹਮੇਸ਼ਾ ਦੋਸ਼ ਲੱਗਿਆ ਕਿ ਉਹ ਕੰਟਰੋਵਰਸ਼ੀਅਲ ਬੰਦਾ,
ਹਮੇਸ਼ਾ ਹੀ ਉਹਨੇ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਜਿਸ ਦੇ ਨਾਲ ਉਹ ਤਖਤਾਂ ਨੂੰ ਢਾਲ ਲੱਗਦੀ ਰਹੀ ਹੈ। ਚਾਹੇ ਤਾਂ ਸਮਾਜਿਕ ਤੌਰ ਤੇ ਉਹਦਾ ਆਪਣਾ ਪਰਿਵਾਰਿਕ ਹੋਵੇ, ਪਰਿਵਾਰਿਕ ਤੌਰ ਤੇ ਉਹਦੇ ਸੁੱਖ ਨਾਲ ਇੱਕ ਨਹੀਂ, ਦੋ ਨਹੀਂ, ਤਿੰਨ ਵਿਆਹ, ਔਰ ਤਿੰਨਾਂ ਦੇ ਖਿਲਾਰੇ ਵੀ ਇਸ ਲੈਵਲ ਤੱਕ ਕਿ ਵੱਡਾ ਕੋਈ ਫੰਕਸ਼ਨ ਹੋ ਰਿਹਾ ਹੋਵੇ, ਸਟੇਜ ਤੇ ਬੈਠਣ ਤੇ ਗੁੱਥਮ ਗੁੱਥੀ ਹੋ ਜਾਣ ਤੇ ਉਹਨਾਂ ਦੀ ਪੱਗ ਗਲ 'ਚ ਪਈ ਹੋਵੇ ਤੇ ਜਥੇਦਾਰ ਆ ਤੁਰੇ ਜਾਂਦੇ ਹੁਣ ਥਾਣੇ ਨੂੰ ਕੰਪਲੇਂਟ ਕਰਾਉਣ ਵਾਸਤੇ। ਔਰ ਉਸ ਤੋਂ ਇਲਾਵਾ ਵੀ ਉਹ ਲਵ ਕੁਸ਼ ਦੇ ਮਾਮਲੇ 'ਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਚੁੱਕੇ ਨੇ। ਹੁਣ ਉਹਨਾਂ ਨੇ ਦੁਬਾਰਾ ਫੇਰ ਉਹ ਪ੍ਰਚਾਰ ਕੀਤਾ ਜਦੋਂ RSS ਨੇ ਉੱਥੇ ਇਕੱਠ ਰੱਖਿਆ, ਉੱਥੇ ਜਾ ਕੇ ਹੋਰ ਕੋਈ ਨਹੀਂ ਗਿਆ ਪਰ ਇਕਬਾਲ ਸਿੰਘ ਮੂਰੇ ਡਟਿਆ ਬੈਠਾ। ਔਰ RSS ਦਾ ਮੁਖੀ ਮੋਹਨ ਭਾਗਵਤ, ਉਹਨੂੰ ਪਤਾ ਹੈ ਕਿ ਕੱਲੀ ਥਾਂ ਤੇ ਕੈਮਰਾ ਲੱਗਿਆ ਹੋਇਆ, ਮੈਸੇਜ ਕੀ ਜਾਣਾ ਹੈ, ਉਹ ਬਾਕੀ ਕਿਸੇ ਦੀ ਗੱਲ ਤਾਂ ਕੋਈ ਨਹੀਂ ਸੁਣਦਾ, ਪਰ ਉਹ ਇਕਬਾਲ ਸਿੰਘ ਨੂੰ ਬੜਾ ਫਤਿਹ ਬੁਲਾ ਕੇ ਮਿਲਦਾ ਵੀ ਹਾਂਜੀ ਇਹ ਬੰਦੇ ਠੀਕ ਨੇ, ਸਾਡੇ ਵਾਲਾ ਵੀ ਸਾਡੇ ਮੁਤਾਬਕ ਚੱਲਦਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਛੋਟੀਆਂ ਗੱਲਾਂ ਤੇ ਕਦੇ ਤੁਸੀਂ ਢੱਡਰੀ ਵਾਲੇ ਨੂੰ ਪੰਥ ਚੋਂ ਕੱਢਣਾ ਜੀ, ਇਹ ਫਲਾਣਾ ਨਿਰੰਕਾਰੀਆ ਪੈਦਾ ਹੋ ਗਿਆ ਜੀ, ਇਹ ਫਲਾਣਾ ਪੈਦਾ ਹੋ ਗਿਆ ਜੀ, ਉਹ ਬੰਦੇ ਨੂੰ ਤਾਂ ਆਪਾਂ ਕੱਢਣ ਨੂੰ ਝਟ ਤਿਆਰ ਹੋ ਜਾਂਦੇ ਆ। ਅਕਾਲ ਤਖਤ ਦਾ ਜਥੇਦਾਰ ਜਦੋਂ ਇਸ ਮਾਮਲੇ 'ਚ ਦੇਸ਼ ਦਾ ਪ੍ਰਧਾਨ ਮੰਤਰੀ ਸਿੱਧਾ ਤੁਹਾਡੇ ਧਰਮ ਦੇ ਵਿੱਚ ਦਖਲਅੰਦਾਜ਼ੀ ਦੀ ਗੱਲ ਕਰਦਾ, ਉਦੋਂ ਅਕਾਲ ਤਖਤ ਦੇ ਜਥੇਦਾਰ ਦੀ ਜ਼ੁਬਾਨ ਕਿਤੇ ਚਲੀ ਜਾਂਦੀ ਹੈ। ਔਰ ਸਿੱਖ ਧਰਮ ਦੇ ਠੇਕੇਦਾਰ, ਜਿਹੜੇ ਪਾਰਟੀਆਂ ਦੇ ਨੁਮਾਇੰਦਗੀ ਕਰਨ ਵਾਲੇ, ਜਿਹੜੇ ਮੌਜੂਦਾ ਸਰਕਾਰ ਉਹਨਾਂ ਦੀ ਦੇ ਵਿੱਚ ਉਹਨਾਂ ਦੀ ਇੱਕ ਕੁਰਸੀ ਹੈ, ਉਹਨੂੰ ਬਚਾਉਣ ਵਾਸਤੇ ਫਿਰ ਸਾਰੀਆਂ ਇਹਨਾਂ ਚੀਜ਼ਾਂ ਨੂੰ ਛਿੱਕੇ ਟੰਗ ਦਿੰਦੇ ਆ। ਉੱਥੇ ਸਵਾਲ ਖੜੇ ਹੁੰਦੇ ਆ। ਫਿਰ ਇਸ ਮਾਮਲੇ 'ਚ ਜਿਹੜੇ ਮੁਤਵਾਜੀ ਜਥੇਦਾਰ ਚੁਣੇ ਗਏ ਸੀ ਚੱਬੇ ਦੇ ਕੋਲ, ਜਦੋਂ 2015 ਦੇ ਵਿੱਚ ਉੱਥੋਂ ਪੂਰਾ ਸਿੱਖ ਖਾਲਸਾ ਉੱਤੇ ਇਕੱਠਾ ਹੋਇਆ, ਤਾਂ ਉਸ ਸਰਬਤ ਖਾਲਸਾ ਦੇ ਵਿੱਚ ਫਿਰ ਤਿੰਨ ਜਥੇਦਾਰ ਬਣਾਏ ਗਏ ਸੀ ਜੀ। ਗਿਆਨੀ ਉਹਨੂੰ ਗੁਰਬਚਨ ਸਿੰਘ ਜਿਹੜਾ ਅਕਾਲ ਤਖਤ ਦਾ ਜਥੇਦਾਰ ਸੀ, ਵੱਡੀ ਸੰਗਤਾਂ ਦੇ ਇਕੱਠ ਨੇ ਜਿਹੜਾ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਕੀਤਾ ਸੀ, ਉਸ ਦੇ ਵਿੱਚ ਉਹਨਾਂ ਨੂੰ ਦੁਦਕਾਰ ਕੇ ਜਗਤਾਰ ਸਿੰਘ ਹਵਾਰਾ ਹਾਲਾਂਕਿ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਨੂੰ ਅਕਾਲ ਤਖਤ ਦਾ ਜਥੇਦਾਰ ਐਲਾਨ ਦਿੱਤਾ ਸੀ। ਧਿਆਨ ਸਿੰਘ ਮੰਡ ਨੂੰ, ਕਿਉਂਕਿ ਬਾਹਰ ਸੀ, ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਲਾਇਆ ਗਿਆ। ਉਸੇ ਤਰੀਕੇ ਨਾਲ ਜਥੇਦਾਰ ਅਮਰੀਕ ਸਿੰਘ ਅਜਨਾਲਾ, ਉਹਨਾਂ ਨੂੰ ਤਖਤ ਕੇਸਗੜ੍ਹ ਦਾ ਜਥੇਦਾਰ ਲਾਇਆ ਗਿਆ। ਔਰ ਬਲਜੀਤ ਸਿੰਘ ਦਾਦੂਵਾਲ, ਉਹਨੂੰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਗਿਆ। ਫਿਰ ਸਿੱਖ ਕੌਮ ਨੇ ਵੱਡੇ ਪੈਸੇ ਸਾਡੇ ਇਸ ਗੱਲ ਤੋਂ ਰਿਹਾ, ਕਿਉਂਕਿ ਜਿਹੜੇ ਦੂਸਰੇ ਜਥੇਦਾਰ ਸੀ ਉਹਨਾਂ ਨੂੰ ਨਕਾਰ ਚੁੱਕੀ ਸੀ ਸਿੱਖ ਕੌਮ, ਕਿਉਂਕਿ ਉਹਨਾਂ ਦੇ ਬਹੁਤ ਸਾਰੀਆਂ ਕਾਰਵਾਈਆਂ ਸਾਹਮਣੇ ਆ ਗਈਆਂ ਸੀ ਕਿ ਉਹ ਕਿਵੇਂ ਇੱਕ ਅਕਾਲ ਤਖਤ ਦਾ ਜਥੇਦਾਰ ਇੱਕ ਮੁੱਖ ਮੰਤਰੀ ਦੀ ਕੋਠੀ 'ਚ ਜਾ ਕੇ ਹੱਥ ਜੋੜ ਕੇ ਖੜਦਾ, ਜਦ ਕਿ ਉਹਨੂੰ ਅਸੀਂ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਕੀ ਸ਼ਾਨ ਹੈ। ਜੇ ਸਿੱਖ ਪੰਥ ਦੀ ਸ਼ਾਨ ਤੇ ਬੈਠਾ ਬੰਦਾ ਜਾ ਕੇ ਗੋਡੇ ਜੋੜ ਕੇ ਖੜ ਜੇ, ਕਿਸੇ ਕੋਲ ਹੱਥ ਜੋੜ ਕੇ ਖੜ ਜੇ, ਫਿਰ ਸਿੱਖ ਪੰਥ ਦੀ ਸ਼ਾਨ ਕਿੱਥੇ ਰਹਿ ਗਈ? ਹੁਣ ਉਸ ਮਾਮਲੇ 'ਚ ਬਾਕੀ ਤਾਂ ਸਾਰੇ ਚੁੱਪ ਰਹੇ। ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਪਿਛਲੇ ਦਿਨਾਂ 'ਚ ਇਹ ਐਲਾਨ ਕੀਤਾ ਸੀ ਕਿ ਜਾਂ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਮਾਫੀ ਮੰਗ ਲਵੇ ਤੇ ਇਕਬਾਲ ਸਿੰਘ ਸਪਸ਼ਟੀਕਰਨ ਦੇਵੇ, ਪਰ ਉਹਨਾਂ ਦਾ ਕੋਈ ਸਪਸ਼ਟੀਕਰਨ ਤਾਂ ਆਇਆ ਨਹੀਂ। ਹੁਣ ਧਿਆਨ ਸਿੰਘ ਮੰਡ ਜਿਹੜਾ ਮੁਤਵਾਜੀ ਜਥੇਦਾਰ ਹੈ, ਉਹਨੇ ਇਕਬਾਲ ਸਿੰਘ ਨੂੰ ਪੰਥ 'ਚੋਂ ਛੇਕਤਾ ਹੈ ਔਰ ਉਹਨੇ ਇਹ ਕਿਹਾ ਹੈ ਕਿ ਇਹਦੇ ਨਾਲ ਇੱਕ ਤਾਂ ਗਿਆਨੀ ਦੀ ਪਦਵੀ, ਇੱਕ ਜਥੇਦਾਰ ਦੀ ਪਦਵੀ, ਇਸ ਦੇ ਨਾਲ ਅਸੀਂ ਕੋਈ ਨਹੀਂ ਲਾਉਣੀ। ਹੁਣ ਸਿੱਖ ਪੰਥ ਉਸ ਵੇਲੇ ਤੋਂ ਦੁਬਿਧਾ ਦੇ ਵਿੱਚ ਹੈ ਕਿ ਕਿਹੜੇ ਤਖਤ ਨੂੰ ਮੰਨੇ। ਉਹ ਧਿਆਨ ਸਿੰਘ ਮੰਡ ਹੋਣੀ ਜਿਹੜੇ ਸਰਬਤ ਖਾਲਸਾ ਸਿੱਖ ਕੌਮ ਨੇ ਚੁਣੀ ਸੀ, ਭਾਵੇਂ ਕਿ ਉਹ ਸਿਆਸੀ ਜਮਾਤਾਂ ਦਾ ਉਹਦੇ 'ਚ ਦਖਲਅੰਦਾਜ਼ੀ ਸੀ, ਜਾਂ ਫਿਰ ਉਹ ਜਥੇਦਾਰਾਂ ਨੂੰ ਮੰਨੇ ਜਿਨ੍ਹਾਂ ਨੂੰ ਇੱਕ ਪਰਿਵਾਰ ਥੋਪਦਾ, ਆਪਣੀ ਮਰਜ਼ੀ ਨਾਲ ਚਲਾਉਂਦਾ। ਸੋ ਸਿੱਖ ਪੰਥ 'ਚ ਦੁਬਿਧਾ ਇਸ ਵੇਲੇ ਹੈਗੀ ਹੈ। ਇਹ ਉਸੇ ਤਰੀਕੇ ਨਾਲ ਦੁਬਿਧਾ ਹੈ। ਹੁਣ ਇਹਨੂੰ ਛੇਕ ਤਾਂ ਦਿੱਤਾ ਗਿਆ, ਪਰ ਇਸ ਤੋਂ ਇਲਾਵਾ ਜਿਹੜੀਆਂ ਬਹੁਤ ਵੱਡੀਆਂ ਘਟਨਾਵਾਂ ਹੋ ਰਹੀਆਂ ਨੇ, ਉਸ ਦੇ ਵਿੱਚ ਵੀ ਚਾਹੀਦਾ ਤਾਂ ਧਿਆਨ ਸਿੰਘ ਮੰਡ ਉਹਨਾਂ ਨੂੰ ਸੀਗਾ ਵੀ ਚਲੋ ਇਹ ਮਾਮਲਾ ਤਾਂ ਠੀਕ ਹੈ, ਪਰ ਜੇ ਸਿੱਖਾਂ ਨੇ ਤੁਹਾਨੂੰ ਚੁਣਿਆ ਸੀ ਨਾ, ਬਾਕੀ ਕੰਮ ਵੀ ਕਰੋ, ਉਹ ਕੰਮ ਵੀ ਕਰਨੇ ਬਣਦੇ ਆ। ਇੱਕ ਅੱਧਾ ਨਹੀਂ ਹੈ ਵੀ ਹਾਂਜੀ 6 ਜੂਨ ਆ ਗਈ ਜੀ ਤੁਸੀਂ ਉੱਥੇ ਨਾਅਰੇ ਤੇ ਜਕਾਰੇ ਮਾਰ ਕੇ ਆ ਗਏ ਜਾਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੇ ਕਰ ਰਿਹਾ। ਜਿਹੜਾ ਜਥੇਦਾਰ ਆ ਉਹਨੂੰ ਸਿੱਖ ਕੌਮ ਨੂੰ ਬਚਾਉਣ ਵਾਸਤੇ, ਸਾਂਭਣ ਵਾਸਤੇ ਬਹੁਤ ਵੱਡੇ ਉਪਰਾਲੇ ਦੀ ਲੋੜ ਹੈ। ਸਾਡੇ ਕੀ ਹੁੰਦਾ, ਸਾਡੇ ਕਹਿੰਦੇ ਵੀ ਕਲਗੀ ਸਾਡੇ ਲਾ ਦਿਓ, ਕੰਮ ਸਾਨੂੰ ਕਿਉਂ ਨਾ। ਜੀ ਜੀ ਬਿਲਕੁਲ, ਸਾਨੂੰ ਕੁਰਸੀ ਚਾਹੀਦੀ ਹੈ, ਪਰ ਕੁਰਸੀ ਦੇ ਨੂੰ ਸਾਫ਼ ਸਫਾਈ ਦਾ ਕੰਮ ਨਹੀਂ ਕਹਿਣਾ। ਬਿਲਕੁਲ। ਸੋ ਅਸੀਂ ਜਿੱਥੇ ਬੈਠ ਗਏ ਉੱਥੇ ਹੀ ਬੈਠ ਗਏ, ਉਸ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਕਰਨਾ। ਇਹ ਹਰ ਕਿਤੇ ਹੀ ਦੇਖਣ ਨੂੰ ਮਿਲਦਾ ਹੈਗਾ ਆ। ਹੁਣ ਜੇ ਅਸੀਂ ਚੰਗੇ ਬੰਦਿਆਂ ਦੀ ਵੀ ਗੱਲ ਕਰ ਲਈਏ, ਜੇ ਅਸੀਂ ਕਿਸੇ ਜਿਹੇ ਲੀਡਰ ਦੀ ਗੱਲ ਕਰ ਲਈਏ ਕਿ ਜਿਹੜਾ ਕੰਮ ਕਰਦਾ ਹੈਗਾ, ਪਰ ਉਹ ਕਈ ਵਾਰੀ ਅਸਤੀਫੇ ਵੀ ਦੇਣੇ ਪੈ ਜਾਂਦੇ ਆ ਉਹਨਾਂ ਨੂੰ। ਹੁਣ ਜੇ ਅਸੀਂ ਚੋਣ ਕਮਿਸ਼ਨਰ ਦੀ ਗੱਲ ਕਰ ਲਈਏ ਭਾਰਤ ਦੇ ਵਿੱਚ,
ਅਸ਼ੋਕ ਲਵਾਸਾ ਜੀ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਉਹਨਾਂ ਨੇ ਹੁਣ ABD ਜਿਹੜੇ ਹੈਗੇ ਆ, ADB ਸੌਰੀ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਹੁਣ ਉਹ ਬਣ ਜਾਣਗੇ। ਹੁਣ ਕੀ ਹੈ ਇਹ ਸਾਰਾ ਮਾਮਲਾ, ਅਸਤੀਫਾ ਕਿਉਂ ਦਿੱਤਾ ਗਿਆ? ਅਸਲ 'ਚ ਅਸ਼ੋਕ ਲਵਾਸਾ ਬਾਰੇ ਬਹੁਤ ਸਾਰੇ ਲੋਕ, ਕਿਉਂਕਿ ਸਾਡੀ ਆਦਤ ਹੈ, ਸਾਡੀ ਫਿਤਰਤ ਹੈ ਕਿ ਅਸੀਂ ਤਾਂ 2 ਕੁ ਦਿਨ ਤਾਂ ਅਸੀਂ ਬੱਲੇ ਬੱਲੇ ਸ਼ਾਵਾ ਸ਼ਾਵਾ ਕਰਦੇ ਹੁੰਦੇ ਆ, ਪਰ ਹਫ਼ਤੇ ਬਾਅਦ ਫਿਰ ਸਾਡੀ ਫਿਤਰਤ ਚਮੜੀ ਇਹੋ ਜਿਹੀ ਬਣ ਗਈ ਕਿ 2 ਪਈਆਂ ਕਿਧਰੇ ਗਈਆਂ, ਸ਼ਾਬਾਸ਼ ਮੇਰੀ ਟੂਹੀ ਦੇ, ਫਿਰ ਅਸੀਂ ਤਾਂ ਉਸ ਤਰ੍ਹਾਂ ਦੇ ਲੋਕ ਆ। ਅਸ਼ੋਕ ਲਵਾਸਾ ਬਹੁਤ ਉਹ ਵਿਅਕਤੀ ਸੀ, ਭਾਰਤ ਦੇ ਵਿੱਚ ਇਸ ਵੇਲੇ ਸਾਰੀਆਂ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਨੇ ਉਹਨਾਂ ਬਾਰੇ ਦੁਨੀਆ ਭਰ ਦੇ ਵਿੱਚ ਚਰਚਾ ਹੈ ਕਿ ਸਰਕਾਰ ਦੀ ਬਦਖੋਈ ਨੀਤੀ ਹੈ ਇਸ ਵੇਲੇ ਕਥਿਤ ਰੂਪ ਵਿੱਚ, ਜਿਹੜੀਆਂ ਆਪਣੀਆਂ ਸੰਸਥਾ ਨੂੰ ਆਪਣੇ ਕੰਟਰੋਲ 'ਚ ਲੈ ਰਹੀ ਹੈ, ਜਿਹੜੀਆਂ ਭਾਰਤ ਦੇ ਸੰਵਿਧਾਨ ਨੂੰ ਜਾਂ ਸਰਕਾਰ ਨੂੰ ਚਲਾਉਣ ਵਾਸਤੇ ਬੜਾ ਅਹਿਮ ਰੋਲ ਨਿਭਾਉਂਦੀਆਂ ਸੀ, ਜਿਹਦੇ ਵਿੱਚ ਚਾਹੇ ਆਪਾਂ ਜੁਡੀਸ਼ਰੀ ਦੀ ਗੱਲ ਕਰ ਲਈਏ, ਚਾਹੇ CBI IB ਦੀ ਗੱਲ ਕਰ ਲਈਏ, ਜਾਂ ਫਿਰ ਚੋਣ ਕਮਿਸ਼ਨ ਦੇ ਤੌਰ ਤੇ ਕਰ ਲਈਏ। ਕਿਉਂਕਿ ਭਾਰਤ ਦਾ ਚੋਣ ਕਮਿਸ਼ਨ ਇੱਕ ਇਸ ਤਰ੍ਹਾਂ ਦੀ ਸੰਸਥਾ ਜਿਹਨੂੰ ਮੰਨਿਆ ਜਾਂਦਾ ਹੈ ਕਿ ਇਹਦੇ ਕੋਲ ਤਾਕਤਾਂ ਬਹੁਤ ਨੇ, ਇਹ ਕਿਸੇ ਨੂੰ ਵੀ ਸਜ਼ਾ ਦੇ ਸਕਦਾ ਜੇਕਰ ਕੋਈ ਉਲੰਘਣਾ ਕਰਦਾ ਜਾਂ ਚੋਣ ਜ਼ਾਬਤਾ ਲੱਗਿਆ, ਤਾਂ ਇਹ ਕਿਸੇ ਤੋਂ ਵੀ ਸਵਾਲ ਜੋ ਹੋ ਸਕਦਾ ਜਦੋਂ ਇਹਦੀ ਪਾਵਰ ਇੰਨੀ ਜ਼ਿਆਦਾ ਮੰਨੀ ਜਾਂਦੀ ਹੈ। ਪਰ ਪਿਛਲੇ ਸਮੇਂ ਤੋਂ ਲੱਗਦਾ ਹੈ ਕਿ ਚੋਣ ਕਮਿਸ਼ਨ ਦੀ ਕੋਈ ਪਾਵਰ ਰਹਿ ਗਈ ਹੈ। ਉਹਦਾ ਕਾਰਨ ਇਹ ਹੈ ਕਿ ਪਿਛਲੀਆਂ ਚੋਣਾਂ ਜਦੋਂ 2018 ਦੇ ਵਿੱਚ 2019 ਦੇ ਵਿੱਚ ਹੋਈਆਂ, ਦੇਸ਼ ਦਾ ਪ੍ਰਧਾਨ ਮੰਤਰੀ ਜਹਾਜ਼ ਦੇ ਵਿੱਚੋਂ ਇੱਕ ਕਾਲਾ ਬੈਗ ਲੈ ਕੇ ਉਤਰਦਾ। ਵੈਸੇ ਤਾਂ ਚੋਣ ਕਮਿਸ਼ਨ ਦਾ ਹੁਕਮ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਜਿੱਥੇ ਤੁਹਾਨੂੰ ਡਾਊਟ ਲੱਗਦਾ ਉਹਨੂੰ ਰੋਕ ਕੇ ਚੈੱਕ ਕਰ ਸਕਦੇ ਹੋ, ਤੁਹਾਡੇ ਕੋਲ ਸਾਰੀਆਂ ਪਾਵਰਾਂ ਨੇ। ਪਰ ਦੇਸ਼ ਦਾ ਪ੍ਰਧਾਨ ਮੰਤਰੀ ਨਿੱਜੀ ਰੂਪ 'ਚ ਇੱਕ ਕਾਲਾ ਟੈਚੀ ਕੀ ਉਹ 'ਚ ਪਾ ਕੇ ਲੈ ਕੇ ਜਾਂਦਾ, ਉਸ ਮਾਮਲੇ 'ਚ ਚੋਣ ਕਮਿਸ਼ਨ ਇੱਕ ਤਰੀਕੇ ਨਾਲ ਵਾਇਸ ਖੜਾ ਨਜ਼ਰ ਆਉਂਦਾ। ਵੈਸੇ ਤੁਹਾਨੂੰ ਇੱਕ ਗੱਲ ਦੱਸਾਂ, ਚੋਣ ਕਮਿਸ਼ਨ ਕੋਲ ਇੰਨੀ ਪਾਵਰ ਹੁੰਦੀ ਹੈ, ਜਦੋਂ ਕੋਈ ਚੋਣ ਲੜਦਾ ਹੋਵੇ, ਇੱਕ ਕੋਈ ਕੈਂਡੀਡੇਟ ਆਪਣਾ ਪ੍ਰਚਾਰ ਕਰਨ ਜਾਂਦਾ ਹੋਵੇ, ਤਾਂ ਚੋਣ ਕਮਿਸ਼ਨ ਤੁਹਾਡੀਆਂ ਲੱਗੀਆਂ ਹੋਈਆਂ ਕੁਰਸੀਆਂ ਵੀ ਇੰਨੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ, ਤੁਹਾਨੂੰ ਵਰਤਾਏ ਹੋਏ ਗਲਾਸ, ਤੁਹਾਨੂੰ ਵੰਡੇ ਹੋਏ ਸਮੋਸੇ, ਇਹਨਾਂ ਦਾ ਕੱਲੇ ਦਾ ਖਰਚਾ ਪਾ ਸਕਦਾ। ਪਰ ਇਹੀ ਉਹ ਚੋਣ ਕਮਿਸ਼ਨ ਸੀ ਜਿਸ ਦੇ ਵਿੱਚ ਜਦ ਦੇਸ਼ ਦਾ ਪ੍ਰਧਾਨ ਮੰਤਰੀ ਰੈਲੀਆਂ ਕਰਦਾ ਸੀ ਤਾਂ 25 ਤੋਂ ਕਿਸੇ ਤੇ 30 ਕਰੋੜ, ਕਿਸੇ ਤੇ 17 ਕਰੋੜ, ਕਿਸੇ ਤੇ 20 ਕਰੋੜ ਰੈਲੀਆਂ ਤੇ ਲੱਗਦਾ ਸੀ, ਉਹਨਾਂ ਤੋਂ ਹਿਸਾਬ ਤੱਕ ਵੀ ਨਹੀਂ ਪੁੱਛਦੇ। ਹੁਣ ਜਦੋਂ ਇਸ ਮਾਮਲੇ 'ਚ ਮੁੱਖ ਚੋਣ ਕਮਿਸ਼ਨ ਸੀ, ਇਹਨਾਂ ਦੇ ਵਿੱਚ ਸੁਨੀਲ ਅਰੋੜਾ ਸੁਨੀਲ ਅਰੋੜਾ ਤੇ ਸੁਨੀਲ ਚੰਦਰਾ, ਇਹ ਦੋ ਇੱਕ ਪਾਸੇ ਸੀ, ਤੇ ਜਿਹੜੇ ਅਸ਼ੋਕ ਲਵਾਸਾ ਸਾਹਿਬ ਨੇ, ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਜਦੋਂ ਚਿੱਟ ਦੇਣੀ ਸੀ, ਕਲੀਨ ਚਿੱਟ ਦੇਣ ਦੇ ਮਾਮਲੇ 'ਚ ਇਹਨਾਂ ਨੇ ਮੁਖਾਲਫਤ ਕੀਤੀ ਸੀ ਕਿ ਚੋਣ ਕਮਿਸ਼ਨ ਦਾ ਰੋਲ ਕੀ ਹੋਣਾ ਚਾਹੀਦਾ ਹੈ। ਉਦੋਂ ਤੋਂ ਹੀ ਲੱਗਦਾ ਸੀ ਕਿ ਅਸ਼ੋਕ ਲਵਾਸਾ ਸਾਹਿਬ ਦੀ ਹੁਣ ਦਿਨ ਇੱਥੋਂ ਪੁੱਗੇ ਹੈ, ਕਿਉਂਕਿ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੇ ਵਿੱਚ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਤਾਂ ਉਸ ਦੇ ਖਿਲਾਫ ਸਰਕਾਰ ਬਿਲਕੁਲ ਸਿੱਧੀ ਕਾਰਵਾਈ ਕਰਨ ਤੇ ਆ ਜਾਂਦੀ ਹੈ। ਹੁਣ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ, ਹੁਣ ਉਹ ਜਾ ਕੇ ਉਹਨਾਂ ਨੂੰ ਇੱਕ ਥਾਂ ਤੇ ਹੋਰ ਉਹ ਲੱਗਣਗੇ, ਕਾਫੀ ਦੇਰ ਬਾਅਦ ਲੱਗਣਗੇ। ਪਰ ਸਵਾਲ ਤਾਂ ਅਰਸ਼ੀ ਇਹ ਗੱਲ ਖੜੀ ਹੁੰਦੀ ਹੈ ਨਾ ਕਿ ਆਖਰ ਜਿਹੜਾ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਸੰਸਥਾਵਾਂ ਨੇ ਜਿਨ੍ਹਾਂ ਤੇ ਸਾਨੂੰ ਬੜਾ ਵਿਸ਼ਵਾਸ ਸੀ, ਉਹਨਾਂ ਦੀ ਕ੍ਰੈਡੀਬਿਲਿਟੀ ਜਿਸ ਤਰੀਕੇ ਨਾਲ ਖਤਮ ਹੁੰਦੀ ਜਾ ਰਹੀ ਹੈ, ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਲੋਕਤੰਤਰ ਹੁਣ ਨਾਂ ਦਾ ਰਹਿ ਗਿਆ ਜੀ। ਹੁਣ ਇਹਦੇ ਚ ਤੰਤਰ ਤਾਂ ਬਥੇਰਾ ਹੈ, ਲੋਕ ਕਿਤੇ ਨਜ਼ਰ ਨਹੀਂ ਆਉਂਦੇ। ਸੋ ਤੰਤਰ ਤਾਂ ਕਦੇ ਕਿਸੇ ਦੇ ਘਰ IB ਦਾ ਛਾਪਾ ਮਾਰਦਾ ਜਾ ਕੇ, ਕਦੇ ਤੰਤਰ ਬਣ ਕੇ ਕਿਸੇ ਦੇ CBI ਦਾ ਛਾਪਾ ਮਾਰਿਆ ਹੁੰਦਾ, ਪਰ ਜਿਹੜੀ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਵਿੱਚ ਬਹੁਤ ਘੱਟ ਹੈ। ਬਿਲਕੁਲ ਲੋਕਾਂ ਦੀ ਗੱਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ। ਹੁਣ ਜਿਹੜਾ ਉਹਨਾਂ ਦਾ ਅਸਤੀਫਾ ਹੈਗਾ ਉਹ ਰਾਸ਼ਟਰਪਤੀ ਦੇ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਹੈਗਾ ਹੈ, ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ, ਕੌਣ ਜਿਹੜਾ ਹੈਗਾ ਚੋਣ ਕਮਿਸ਼ਨਰ ਹੋਰ ਬਣ ਕੇ ਆਉਂਦਾ ਹੈ। ਤੇ ਪਰ ਹੁਣ ਜਦੋਂ ਅਸੀਂ ਪੰਜਾਬ ਦੇ ਸਾਬਕਾ DGP ਦੀ ਗੱਲ ਕਰਦੇ ਹੈਗੇ, ਭੱਜੇ ਫਿਰਦੇ ਆ, ਕਹਿੰਦੇ ਉਹ ਲੁਕਦੇ ਫਿਰਦੇ ਹੈਗੇ ਆ, ਉਹਨਾਂ ਨੂੰ ਕਿਤੇ ਥਾਂ ਨਹੀਂ ਲੱਭਦਾ ਲੱਭਣ ਨੂੰ, ਕਿਉਂਕਿ 302 ਜਿਹੜੀ ਧਾਰਾ ਉਹਨਾਂ ਤੇ ਲੱਗ ਗਈ ਹੈ ਜੀ। ਉਹਦਾ ਕਾਰਨ ਹੈ ਕਿ ਇੱਕ ਕਹਾਵਤ ਹੁੰਦੀ ਹੈ ਕਿ ਜਿਹਾ ਬੀਜੋਗੇ ਤਿਹਾ ਵੱਢੋਗੇ। ਸੁਮੇਧ ਸੈਣੀ ਤੇ ਇਸ ਗੱਲ ਦਾ ਖੁੱਲ੍ਹਮ ਖੁੱਲ੍ਹਾ ਪਬਲਿਕ ਤੌਰ ਤੇ ਦੁਨੀਆ ਭਰ ਦੇ ਵਿੱਚ ਇਹ ਦੋਸ਼ ਲੱਗੇ ਅਰਸ਼ ਜੀ ਕਿ ਸੁਮੇਧ ਸੈਣੀ ਨੇ ਪੁਲਿਸ ਦੀ ਵਰਦੀ ਦੇ ਵਿੱਚ ਰਹਿ ਕੇ ਜਦੋਂ ਪੰਜਾਬ ਦਾ ਮਾੜੇ ਦੌਰ ਚੋਂ ਗੁਜ਼ਰ ਰਿਹਾ ਸੀ ਤਾਂ ਉਸ ਦੇ ਵਿੱਚ ਕਥਿਤ ਰੂਪ ਵਿੱਚ ਬਹੁਤ ਵਧੀਕੀਆਂ ਕੀਤੀਆਂ। ਉਹਨਾਂ ਵਧੀਕੀਆਂ ਨੂੰ ਮੈਂ ਸਾਰੀਆਂ ਨੂੰ ਤਾਂ ਇੱਕ ਪਾਸੇ ਛੱਡ ਦਿਆਂ, ਮੈਂ ਮੌਜੂਦਾ ਕੇਸ ਦੀ ਗੱਲ ਕਰਾਂ ਜਿਸ ਦੇ ਵਿੱਚ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ। ਇਹ ਹੈ ਕਿ ਬਲਵੰਤ ਸਿੰਘ ਮੁਲਤਾਨੀ ਤਾਂ ਉਹਨਾਂ ਦਾ ਇੱਕ IAS ਦਾ ਬੇਟਾ ਸੀਗਾ ਜਿਹਨੂੰ ਮੋਹਾਲੀ ਤੋਂ ਚੱਕਿਆ ਗਿਆ ਜੀ। ਜਦੋਂ ਚੰਡੀਗੜ੍ਹ ਦੇ ਵਿੱਚ ਸੁਮੇਧ ਸੈਣੀ ਜੀ ਤੇ ਇੱਕ ਬੰਬ ਧਮਾਕੇ ਦਾ ਬਲਾਸਟ ਹੋਇਆ, ਉਸ ਦੇ ਵਿੱਚ ਉਹਨਾਂ ਦੇ 3 ਜਵਾਨ ਮਾਰੇ ਗਏ, ਆਪ ਵੀ ਉਹ ਥੋੜਾ ਜ਼ਖਮੀ ਹੋਏ, ਤਾਂ ਉਸ ਤੋਂ ਬਾਅਦ 'ਚੋਂ ਪੁਲਿਸ ਫੋਰਸ ਨੇ
ਇੱਕ ਆਪਣਾ ਰੋਲ ਨਿਭਾਉਣਾ ਹੁੰਦਾ ਕਿ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨਾ, ਜੀ ਨਾ ਕਿ ਤੁਸੀਂ ਆਪਣੀ ਵਰਦੀ ਪਾ ਕੇ ਉਸ ਨੂੰ, ਉਸ ਦੀ ਤਾਕਤ, ਅਥਾਹ ਤਾਕਤ ਨੂੰ ਦੁਰਵਰਤੋਂ ਕਰਨੀ, ਉਸ ਦਾ ਚਲੇ ਜਾਣਾ, ਉਸ ਦਾ ਲਾਪਤਾ ਹੋ ਜਾਣਾ। ਤਾਂ ਫਿਰ ਬੜੀਆਂ ਪੜਾਵਾਂ 'ਚ ਹੋ ਕੇ ਜਿਗ ਜੈਗ ਹੁੰਦਾ ਕੇਸ। ਇਸ ਵੇਲੇ ਜਦੋਂ ਇਸ ਤੇ ਇਹਨਾਂ ਦੇ ਖਿਲਾਫ ਇਹ ਦੁਬਾਰਾ ਸ਼ੁਰੂ ਹੋਇਆ ਤਾਂ ਸੁਮੇਧ ਸਿੰਘ ਸੈਣੀ ਜੀ ਨੇ ਭੱਜ ਨੱਠ ਬਹੁਤ ਕੀਤੀ। ਉਹਨਾਂ ਨੇ ਦਿੱਲੀ ਤੱਕ ਵੀ ਅਪਰੋਚ ਕੀਤੀ। ਇੱਕ ਵਾਰ ਤਾਂ ਨਾਟਕੀ ਢੰਗ ਦੇ ਨਾਲ ਸਾਰੇ ਦਾ ਸਾਰਾ ਕੇਸ ਉਹਨਾਂ ਦੇ ਜਦ ਹੱਕ 'ਚ ਜਾਣ ਲੱਗਿਆ, ਉਹਨਾਂ ਨੂੰ ਜ਼ਮਾਨਤਾਂ ਮਿਲ ਲੱਗੀਆਂ, ਫਿਰ ਜਿਹੜੀ ਉਹਨਾਂ ਦੀ ਵਿਰੋਧੀ ਧਿਰ ਸੀ ਉਹਨਾਂ ਨੇ ਮਾਣਯੋਗ ਅਦਾਲਤ ਦੇ ਵਿੱਚ ਕੇਸ ਪਾਇਆ ਕਿ ਇਹਨਾਂ ਦਾ ਕੇਸ ਇੱਥੋਂ ਬਦਲਿਆ ਜਾਵੇ। ਜੀ ਫਿਰ ਉਹਨਾਂ ਦਾ ਕੇਸ ਤਬਦੀਲ ਹੁੰਦਾ। ਤਬਦੀਲ ਹੋਣ ਤੋਂ ਬਾਅਦ ਫਿਰ ਉਹ ਗਵਾਹੀਆਂ ਸ਼ੁਰੂ ਹੁੰਦੀਆਂ ਨੇ। ਫਿਰ ਜਿਹੜੀਆਂ ਕਿਸੇ ਵੇਲੇ ਸੱਜੀਆਂ ਖੱਬੀਆਂ ਬਾਹਾਂ ਸੀ ਜੋ ਇਸ਼ਾਰੇ ਤੇ ਨੱਚਦੀਆਂ ਸੀ, ਹੁਣ ਉਹ ਸਰਕਾਰੀ ਗਵਾਹ ਬਣਨ ਵਾਸਤੇ ਵਾਅਦਾ ਮਾਫ ਗਵਾਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹੀ ਤਿਆਰ ਹੋ ਗਿਆ। ਉਹਨਾਂ 'ਚੋਂ ਇੱਕ ਜਗੀਰ ਸਿੰਘ ਸੀਗੇ ਤੇ ਇੱਕ ਕੁਲਦੀਪ ਸੰਧੂ ਨੇ, ਜਿਹੜੇ ਵਾਅਦਾ ਮਾਫ ਗਵਾਹ ਬਣਨ ਵਾਸਤੇ ਤਿਆਰ ਹੋ ਗਏ। ਇਸ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਉਹਨਾਂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਮੇਰੇ ਖਿਲਾਫ 302 ਦੀ ਉਹਨਾਂ ਨੂੰ ਮਾਣਯੋਗ ਅਦਾਲਤ ਨੇ ਬਾਹਰੋਂ ਬਾਹਰ ਹੀ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ, ਪਰ ਹੁਣ ਉਹ ਸਾਰੀ ਚੀਜ਼ ਰੱਦ ਹੋਈ। ਉਹ ਜਦੋਂ ਉਹਨਾਂ ਨੇ ਗਵਾਹੀਆਂ ਦੇਤੀਆਂ, ਦੱਸਿਆ ਆਪਣੇ ਬਿਆਨਾਂ ਦੇ ਵਿੱਚ ਕੀ ਕੀ ਘਟਨਾ ਹੋਈ, ਕਿਵੇਂ ਬੰਦੇ ਨੂੰ ਚੱਕਿਆ, ਕਿਵੇਂ ਉਹ 'ਤੇ ਤਸ਼ੱਦਦ ਹੋਇਆ, ਕਿਵੇਂ ਉਹ ਵਿਚਾਰੇ ਦੀ ਅਣਾਈ ਜੋ ਵੀ ਮੌਤ ਹੋਈ। ਹੁਣ ਮਾਣਯੋਗ ਅਦਾਲਤ ਨੇ ਉਸ ਮਾਮਲੇ 'ਚ ਡਾਇਰੈਕਸ਼ਨ ਦੇ ਦਿੱਤੀ ਹੈ ਕਿ ਇਹਨਾਂ ਦੇ ਖਿਲਾਫ ਮਰਡਰ ਦੀ ਧਾਰਾ 302 ਜੋੜ ਦਿੱਤੀ ਜਾਵੇ। ਹੁਣ 302 ਧਾਰਾ ਉਹਨਾਂ ਤੇ ਲੱਗੀ ਹੈ। ਇਸ ਮਾਮਲੇ 'ਚ ਉਹਨਾਂ ਨੂੰ ਕੋਰਟ ਵੱਲੋਂ ਨੋਟਿਸ ਵੀ ਜਾਰੀ ਹੋ ਗਿਆ ਕਿ ਪੁਲਿਸ ਜਾਂਚ ਦੇ ਵਿੱਚ ਜਾ ਕੇ ਹਾਜ਼ਰ ਹੋਵੋ। ਸੁਮੇਧ ਸਿੰਘ ਸੈਣੀ ਇਨ ਬਿਟਵੀਨ ਕੋਸ਼ਿਸ਼ ਲੱਗੇ ਹੋਏ ਨੇ ਕਰਨ ਨੂੰ ਹਾਈ ਕੋਰਟ ਦੇ ਵਿੱਚ ਵੀ ਕਿ ਜੀ ਮੇਰਾ ਕੇਸ ਤਾਂ ਬੰਦ ਹੋ ਗਿਆ ਸੀ, CBI ਨੇ ਵਾਪਸ ਕਰ ਲਿਆ ਸੀ, ਇਹ ਮੇਰੇ ਖਿਲਾਫ ਪੋਲੀਟੀਕਲ ਵੈਂਡੇਟਾ ਹੋ ਰਿਹਾ ਜੀ, ਇਸ ਕਰਕੇ ਮੈਨੂੰ ਇਸ ਕੇਸ ਨੂੰ ਬੰਦ ਕੀਤਾ ਜਾਵੇ। ਚਾਲਾਂ ਸਾਰੀਆਂ ਚੱਲ ਰਹੀਆਂ ਨੇ, ਪਰ ਜਿਸ ਤਰੀਕੇ ਨਾਲ ਦੀਆਂ ਜਿਹੜੀਆਂ ਬਾਹਾਂ ਨੇ, ਚਾਹੇ ਉਹ ਪੁਰਾਣਾ ਜਿਹੜਾ ਪਿੰਕੀ ਕੈਟ ਜਿਹਨਾਂ ਨੂੰ ਨਾਮ ਮਸ਼ਹੂਰ ਹੋਇਆ ਸੀ, ਪਿੰਕੀ ਕੈਟ ਨੇ ਜਿਹੜਾ ਅੱਜ ਕੱਲ੍ਹ ਉਹ ਆਪਣੀ ਕਿਤਾਬ ਲਿਖ ਰਿਹਾ ਹੈ, ਕਿਤਾਬ ਦਾ ਨਾਮ ਉਹਨੇ ਰੱਖਿਆ ਕਿ ਪਿੰਕੀ ਦੀ ਝੰਗਾੜਾ। ਅੱਛਾ, ਵੀ ਕੋ ਕੀ ਕਰਵਾਇਆ। ਉਹਨੇ ਇਹ ਵੀ ਦੋਸ਼ ਲਾਇਆ ਸੀ ਕਿ ਮੈਨੂੰ ਦੁਬਾਰਾ ਬਹਾਲ ਕਰਨ ਵਾਸਤੇ ਇੱਕ ਬੰਦਾ ਮੇਰੇ ਤੋਂ 50 ਲੱਖ ਰੁਪਇਆ ਲੈ ਕੇ DGP ਦੇ ਘਰ ਗਿਆ। DGP ਉਦੋਂ ਸੈਣੀ ਸਾਹਿਬ ਸੀਗੇ। ਸੋ ਉਹ ਸਾਰੇ ਜਿਹੜੇ ਲੋਕ ਨੇ ਹੁਣ ਉਹਨਾਂ ਦੇ ਖਿਲਾਫ ਆ ਗਏ ਆ ਤੇ ਹੋਰ ਗਵਾਹ ਜਿਸ ਤਰੀਕੇ ਨਾਲ ਆ ਰਹੇ ਆ, ਇਹ ਨੋ ਡਾਊਟ ਹੈ ਕਿ ਸੁਮੇਧ ਸਿੰਘ ਸੈਣੀ ਦੀਆਂ ਹੁਣ ਤਕਲੀਫਾਂ ਵਧਣਗੀਆਂ। ਹਾਲਾਂਕਿ ਸਾਡੇ ਕਾਨੂੰਨ ਬਹੁਤ ਲਚਕੀਲੇ ਅਰਸ਼ ਜੀ, ਇਹਨਾਂ ਦਾ ਮਿਸਯੂਜ਼ ਬਹੁਤ ਹੋ ਸਕਦਾ, ਤੋੜ ਮਰੋੜ ਬਹੁਤ ਹੋ ਸਕਦੀ ਹੈ, ਪਰ ਫਿਲਹਾਲ ਨਜ਼ਰ ਆਉਂਦਾ ਹੈ ਕਿ ਸੁਮੇਧ ਸਿੰਘ ਸੈਣੀ ਦਾ ਆਉਂਦਾ ਸਮਾਂ ਕਾਫੀ ਤਕਲੀਫ ਦੇ। ਬਿਲਕੁਲ, ਜਿਹੜੇ ਉਹਨਾਂ ਦੇ ਨਾਲ ਰਲੇ ਸੀ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਹੈਗਾ ਹੈ ਕਿ ਬਚਾ ਲਓ ਮੈਨੂੰ, ਨਹੀਂ ਤਾਂ ਤੁਹਾਡੇ ਵੀ ਜਿਹੜੇ ਰਾਜ਼ ਹੈਗੇ ਆ ਉਹ ਬਾਹਰ ਆ ਸਕਦੇ ਹੈਗੇ ਆ। ਸੋ ਹੁਣ ਦੇਖੋ ਆਉਣ ਵਾਲਾ ਸਮਾਂ ਕੀ ਕਹਿੰਦਾ, ਕਿਸ ਤਰ੍ਹਾਂ ਗ੍ਰਿਫਤਾਰੀ ਹੁੰਦੀ ਹੈ, ਕਿਸ ਤਰ੍ਹਾਂ ਉਹਨਾਂ ਦੇ ਜਿਹੜੀ ਧਾਰਾ ਹੈਗੀ ਉਹ ਕੰਮ ਕਰਦੀ ਹੈ। ਜਿਵੇਂ ਤੁਸੀਂ ਕਿਹਾ ਕਿ ਲਚਕੀਲਾ ਬਹੁਤ ਹੈਗਾ, ਤੋੜ ਮਰੋੜ ਵੀ ਹੋ ਸਕਦੀ ਹੈ ਜਿਹੜੇ ਕਾਨੂੰਨ ਆ ਉਹਨਾਂ ਦੇ ਵਿੱਚ। ਹੁਣ ਕਾਨੂੰਨ ਜਿਹੜੇ ਨੇ ਉਹ ਬਣਦੇ ਰਹਿੰਦੇ ਹੈਗੇ ਨੇ, ਹੁਣ ਬਣਾਉਣ ਵਾਲੇ ਵੀ ਅਸੀਂ ਆ, ਤੋੜਨ ਵਾਲੇ ਵੀ ਅਸੀਂ ਹੈਗੇ ਆ, ਉਹਨਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਵਾਲੇ ਵੀ ਅਸੀਂ ਹੈਗੇ ਆ। ਹੁਣ ਅਸੀਂ ਜੇ ਸਮਗਲਿੰਗ ਦੀ ਗੱਲ ਕਰੀਏ ਤਾਂ ਬਹੁਤ ਚੀਜ਼ਾਂ ਦੀ ਸਮਗਲਿੰਗ ਹੁੰਦੀ ਹੈਗੀ ਆ। ਜੇ ਅਸੀਂ ਗੱਲ ਕਰੀਏ, ਜੇ ਸਭ ਤੋਂ ਜ਼ਿਆਦਾ ਸਮਗਲਿੰਗ ਸਾਨੂੰ ਸੁਣਨ ਨੂੰ ਮਿਲਦੀ ਹੈ ਨਸ਼ੇ ਦੀ, ਉਹਦੇ ਵਿੱਚੋਂ ਸ਼ਰਾਬ ਨੰਬਰ 1 ਹੈਗੀ ਹੈ। ਸ਼ਰਾਬ ਦੇ ਕਾਰਨ ਹੁਣ ਕਿੰਨੀਆਂ ਮੌਤਾਂ ਵੀ ਹੋਈਆਂ ਨੇ, ਜਾਨਾਂ ਵੀ ਗਈਆਂ ਹੈਗੀਆਂ ਨੇ। ਰੋਕਣਾ ਚਾਹੀਦਾ, ਕਿਤੇ ਨਾ ਕਿਤੇ ਠੱਲ ਪਾਉਣੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੂੰ। ਪਰ ਸਮਗਲਿੰਗ ਤੇ ਠੱਲ ਪਾਉਣ ਦੇ ਲਈ ਕਹਿੰਦੇ ਹੁਣ GPS ਸਿਸਟਮ ਇੰਸਟਾਲ ਕਰਨ ਲੱਗੇ। ਇਹ ਅਸਲ 'ਚ ਸਰਕਾਰ ਗੋਂਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਹੋ ਕੀ ਰਿਹਾ ਕਿ ਪਿਛਲਾ ਕਾਫੀ ਲੰਬਾ, ਜੇਕਰ ਤੁਸੀਂ ਇਤਿਹਾਸ 10-15 ਸਾਲ ਦਾ ਹੀ ਆਪਾਂ ਚੱਕ ਕੇ ਦੇਖੀਏ ਤਾਂ ਪੰਜਾਬ ਦੇ ਵਿੱਚ ਸਿਆਸੀ ਜਿਹੜੇ ਲੋਕ ਆਏ ਨੇ, ਬੋਰਡ ਤਾਂ ਉਹਨਾਂ ਦੇ ਸੜਕਾਂ ਤੇ ਲੱਗਦੇ ਆ ਕਿ ਰਾਜ ਨਹੀਂ ਸੇਵਾ। ਮੈਨੂੰ ਐਂ ਲੱਗਦਾ ਕਿ ਬੋਰਡਾਂ ਨੂੰ ਜਦੋਂ ਲੋਕ ਪੜ੍ਹਦੇ ਹੈ ਤਾਂ ਉਹ ਇਹ ਸਮਝਦਾ ਕਿ ਰਾਜ ਨਹੀਂ ਮੇਵਾ। ਹੱਥ ਜੋੜੇ ਹੁੰਦੇ ਆ ਤੇ ਬਾਅਦ ਚੋਂ ਜਦੋਂ ਉਹ ਪਾਵਰ 'ਚ ਆ ਜਾਂਦੇ ਫਿਰ ਹੱਥ ਤੋਂ ਦੂਸਰੇ ਲੋਟ ਕਰ ਲੈਂਦੇ ਵੀ ਹੱਥ ਤੁਹਾਡੇ ਤੇ ਫੇਰਾਂਗੇ। ਸੋ ਆਪ ਖਾਂਦੇ ਆ ਮੇਵਾ ਤੇ ਲੋਕਾਂ ਦੀ ਕਰਦੇ ਆ ਛਿੱਤਰਾਂ ਨਾਲ ਸੇਵਾ। ਉਸ ਹਾਲਾਤ ਦੇ ਵਿੱਚ ਅਰਸ਼ ਜੀ ਕੋਈ ਵੀ ਸਰਕਾਰ ਹਮਾਮ 'ਚੋਂ ਸਾਰੇ ਨੰਗੇ ਆ। ਪਿਛਲੇ 10 ਸਾਲ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਰਹੀ, ਉਹਨਾਂ ਤੇ ਦੋਸ਼ ਲੱਗੇ ਕਿ ਉਹਨਾਂ ਨੇ ਰੇਤੇ ਦਾ, ਬਜਰੀ ਦਾ, ਸ਼ਰਾਬ ਦਾ, ਕੇਵਲ ਮਾਫੀਏ ਦਾ, ਇਹ ਮਤਲਬ ਪ੍ਰਚਲਿਤ ਬਣ ਗਏ ਸੀ ਸਾਡੇ ਕਿ ਉਹਨਾਂ ਨੇ ਕਸਰ ਕੋਈ ਨਹੀਂ ਛੱਡੀ। ਫਿਰ ਲੋਕਾਂ ਨੂੰ ਆਸਾ ਸੀ ਕਿ ਕੈਪਟਨ ਅਮਰਿੰਦਰ ਆਉਣਗੇ, ਉਹਨਾਂ ਨੂੰ ਬੜੀ ਭਾਰੀ ਬਹੁਮਤ ਤੇ ਲੋਕਾਂ ਨੇ ਜਿਤਾਇਆ। ਪਰ ਸਰਕਾਰ ਤਾਂ ਆ ਗਈ, ਤਬਦੀਲੀ ਕਿਤੇ ਨਹੀਂ ਆਈ। ਉਹੀ ਕੈਪਟਨ ਅਮਰਿੰਦਰ ਜਿਹੜੇ ਆਪਣੀਆਂ ਪਹਿਲਾਂ ਸਾਰੀਆਂ ਰੈਲੀਆਂ 'ਚ, ਪ੍ਰੈਸ ਕਾਨਫਰੰਸਾਂ ਦੇ ਵਿੱਚ
ਉਹ ਸਾਰੇ ਦੇ ਸਾਰੇ ਜ਼ਿਕਰ ਕਰਿਆ ਕਰਦੇ ਸੀ ਕਿ ਆਹ ਜਿਹੜੇ ਚੱਲ ਰਹੇ ਆ ਮੈਨੂੰ ਕੱਲੇ ਕੱਲੇ ਦਾ ਪਤਾ, ਮੈਂ ਐ ਬੰਦ ਕਰ ਦੇਣੇ ਆ। ਉਹੀ ਸ਼ਰਾਬ ਮਾਫੀਆ, ਉਹੀ ਰੇਤਾ ਮਾਫੀਆ, ਉਹੀ ਬਜਰੀ, ਹੂ ਉਹੀ ਕੇਬਲ ਜਿਹੜੀ ਨੂੰ ਕੈਪਟਨ ਅਮਰਿੰਦਰ ਸਿੰਘ PTC ਚੈਨਲ ਇੱਕ ਚੱਲਦਾ ਸਾਡੇ ਪੰਜਾਬ 'ਚ, ਤਾਂ ਉਹਨੂੰ ਪ੍ਰਕਾਸ਼ ਟ੍ਰੇਡਿੰਗ ਕਾਰਪੋਰੇਸ਼ਨ ਕਿਹਾ ਕਰਦੇ ਸੀ। ਹੁਣ ਉਹ ਪ੍ਰਕਾਸ਼ ਪ੍ਰਤੀ ਕੈਪਟਨ ਸਾਹਿਬ ਦੀਆਂ ਅੱਖਾਂ ਬੰਦ ਕਿਉਂ ਨੇ? ਇਹ ਬੜਾ ਸਵਾਲ ਹੈ ਵੀ ਜਾਂ ਉਦੋਂ ਗੱਲਾਂ ਝੂਠ ਕਰ ਰਹੇ ਸੀ ਜਾਂ ਫਿਰ ਚੁਣਨ ਤੋਂ ਬਾਅਦ ਝੂਠੇ ਹੋ ਗਏ ਉਸ ਮਾਮਲੇ ਦੇ ਵਿੱਚ। ਹੁਣ ਇਹ ਸਾਰਾ ਇਸ ਵੇਲੇ ਪਿਛਲੇ ਦਿਨਾਂ 'ਚ ਇਹ ਦੋਸ਼ ਲੱਗਿਆ ਕਿ ਜਦੋਂ ਕੋਵਿਡ ਦੇ ਦਿਨ ਸੀ ਤਾਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਡਿਸਟਿਲਰੀਆਂ ਨੇ, ਜਦੋਂ ਕੁੱਤੀ ਚੋਰਾਂ ਨਾਲ ਰਲਦੀ ਹੈ ਉਦੋਂ ਹੀ ਨੁਕਸਾਨ ਹੁੰਦਾ ਸੀ। ਜਿਹੜੀਆਂ ਨੇ ਇਹਨਾਂ ਸੰਸਥਾਵਾਂ ਨੂੰ ਬਚਾਉਣਾ ਹੁੰਦਾ, ਰੈਵਨਿਊ ਇਕੱਠਾ ਕਰਨਾ ਹੁੰਦਾ, ਸਟੇਟ ਦੀ ਪ੍ਰੋਸਪੈਰਿਟੀ ਵਾਸਤੇ ਕੰਮ ਕਰਨਾ ਹੁੰਦਾ। ਪੰਜਾਬ ਦੇ ਵਿੱਚ ਨੋ ਡਾਊਟ ਆ ਕਿ ਇਹ ਬਹੁਤ ਵੱਡਾ ਰੈਵਨਿਊ ਸ਼ਰਾਬ ਤੋਂ ਆਉਂਦਾ, ਐਕਸਾਈਜ਼ ਤੋਂ ਆਉਂਦਾ ਜੀ। ਪਰ ਪਿੱਛੇ ਸਮੇਂ 'ਚ ਕੁਝ ਰਿਪੋਰਟਾਂ ਇਸ ਤਰ੍ਹਾਂ ਦੀਆਂ ਲੱਗੀਆਂ ਕਿ ਡਿਸਟਿਲਰੀਆਂ ਦੇ ਵਿੱਚੋਂ ਜੇਕਰ ਸਪੋਜ਼ ਇੱਕ ਮਹੀਨੇ ਦੇ ਵਿੱਚ 500 ਟਰੱਕ ਉਹ ਸ਼ਰਾਬ ਦਾ ਪੈਦਾ ਕਰਦੇ ਆ, ਤਾਂ ਇਹ ਖਬਰਾਂ ਆਈਆਂ ਕਿ 200 ਟਰੱਕ ਤਾਂ ਗਿਆ ਕਾਗਜ਼ਾਂ ਦੇ ਵਿੱਚ, 300 ਟਰੱਕ ਗਿਆ ਇਲੀਗਲ। ਉਹ ਕਿਵੇਂ ਬਾਹਰ ਜਾ ਸਕਦਾ? ਸੋ ਇਹ ਬਹੁਤ ਵੱਡਾ ਰੈਵਨਿਊ ਜਿਹੜਾ ਘਪਲਾ ਹੈ, ਇਸ ਦੀ ਜਾਂਚ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ। ਪਿਛਲੀ ਸਰਕਾਰ 'ਚ ਵੀ ਆਹੀ ਕੁਝ ਹੋਇਆ ਸੀ, ਹੁਣ ਵੀ ਹੋਇਆ। ਹੁਣ ਕੈਪਟਨ ਸਾਹਿਬ ਨੇ ਗੋਂਗਲੂ ਤੋਂ ਮਿੱਟੀਆਂ ਝਾੜੀ ਹੈ ਕਿ ਅਸੀਂ ਜੀ GPS ਸਿਸਟਮ ਲਾ ਦਿੰਦੇ ਹਾਂ ਟਰੱਕਾਂ ਦੇ ਵਿੱਚ, ਜਿਸ ਦੇ ਨਾਲ ਵੀ ਕੋਈ ਰਸਤੇ 'ਚ ਕੋਈ ਲਾ ਨਹੀਂ ਸਕੂਗਾ, ਕੁਝ ਕਰ ਨਹੀਂ ਸਕੂਗਾ, ਕੁਝ ਨਹੀਂ ਕਰ ਸਕੂਗਾ। ਦੇਖੋ ਇੱਥੇ ਲੋਡ ਕਾਰਡ ਦੀ ਬਾਂਹ, ਇਹ ਤਾਂ ਦੁੱਗਣੇ ਗਾਹਾਂ ਛਾਤਰ ਲੋਕ ਬੈਠੇ ਆ ਜਿਹੜੇ GPS ਸਿਸਟਮ ਨੇ। ਆਪਾਂ ਨੂੰ ਸਭ ਪਤਾ, ਮੈਂ ਇੱਕ ਵਾਰੀ ਸਟੋਰੀ ਕਰਨ ਲੱਗਿਆ ਸੀ ਵੀ ਤੇਲ ਕਿਵੇਂ ਗੱਡੀਆਂ 'ਚ ਸਾਡੇ ਉੱਥੇ ਚੋਰੀ ਹੁੰਦੇ ਆ। ਸੋ ਇਹ ਤਾਂ GPS ਸਿਸਟਮ ਲਾ ਕੇ ਉਹਨਾਂ ਦੇ ਨਾਲ ਕਾਰਾਂ 'ਚ ਲਾ ਉੱਥੇ ਭੇਜ ਦਿਆ ਕਰਨਗੇ, ਉੱਥੇ ਜਾ ਕੇ ਫੇਰ ਫਿੱਟ ਕਰ ਦਿਆ ਕਰਨਗੇ। ਸੋ ਇਹ ਸਿਰਫ ਤੇ ਸਿਰਫ ਦਿਖਾਵੇ ਦੀ ਖੇਡ ਹੈ। ਪਰ ਜਦੋਂ ਵੀ ਸਰਕਾਰਾਂ ਬਦਲੀਆਂ ਨੇ ਉਸ ਦੇ ਵਿੱਚ ਇਹ ਸਾਰੀ ਸਿਆਸੀ ਮਿਲੀ ਭੁਗਤ ਤੋਂ ਬਿਨਾਂ ਇੱਕ ਚੀਜ਼ ਪੋਸੀਬਲ ਹੋ ਹੀ ਨਹੀਂ ਸਕਦੀ। ਸੋ ਸਾਡੀ ਬਾੜ ਖੇਤ ਨੂੰ ਖਾ ਰਹੀ ਹੈ, ਸਾਡਾ ਹੱਲ ਕੋਈ ਨਹੀਂ ਨਜ਼ਰ ਆਉਂਦਾ। ਹੁਣ ਚੋਣਾਂ ਫੇਰ ਆਉਣ ਵਾਲੀਆਂ ਨੇ, ਹੁਣ ਫੇਰ ਇੱਕ ਅੱਧੇ ਨੇ ਵੀ ਬਗਲਾ ਭਗਤ ਬਣ ਕੇ ਖੜ ਜਾਣਾ ਤੇ ਲੋਕਾਂ ਨੇ ਫੇਰ ਉਹਨੂੰ ਚੁਣ ਲੈਣਾ, ਉਹਨੇ ਫੇਰ ਮੱਛੀਆਂ ਚੁਗਣ ਲੱਗ ਜਾਣਾ। ਬਿਲਕੁਲ, ਚੋਣਾਂ ਦੇ ਵਿੱਚ ਫਿਰ ਸਾਰੇ ਇੱਕ ਦੂਜੇ ਉਦੋਂ ਹੀ ਦੇਖਦੇ ਆ ਤੇ ਉਦੋਂ ਬਾਅਦ ਜਦੋਂ ਰਾਜ ਕਰਨਾ ਹੁੰਦਾ ਉਦੋਂ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ। ਬਿਲਕੁਲ, ਉਹ ਕਹਾਵਤ ਨਹੀਂ ਹੁੰਦੀ, ਉਹ ਕਹਿੰਦੇ ਵੀ ਬਰਬਾਦ ਗੁਲਿਸਤਾਨ ਕਰਨੇ ਕੋ ਇੱਕ ਹੀ ਉੱਲੂ ਕਾਫੀ ਤਾਂ, ਹਰ ਸ਼ਾਖ ਪੇ ਉੱਲੂ ਬੈਠਾ ਹੈ ਨਿਜ਼ਾਮ ਗੁਲਿਸਤਾਨ ਕਿਆ ਹੋਗਾ। ਇੱਥੇ ਤਾਂ ਸਾਰੇ ਦੇ ਸਾਰੇ ਲੁੱਟਣ ਪਏ ਹੋਏ ਆ ਜੀ। ਕੋਈ ਇੱਥੇ ਇਹ ਨਹੀਂ ਹੈ ਵੀ ਸੇਵਾ ਕਰਨ ਵਾਲਾ, ਇਹ ਤਾਂ ਮੇਵੇ ਖਾਣ ਵਾਲੇ ਲੋਕ ਨੇ, ਆਪਾਂ ਮੂਰਖ ਲੋਕ ਆ ਜੀ। ਬਿਲਕੁਲ, ਸਾਰੇ ਆਪਦੇ ਘਰ ਨੂੰ ਸਿਆਣੇ ਹੈਗੇ ਆ, ਬਸ ਉਹ ਕਿਸੇ ਹੋਰ ਦੇ ਘਰ ਨੂੰ ਕੁਛ ਮਰਜ਼ੀ ਹੋਈ ਜਾਵੇ, ਅੱਗ ਲੱਗੇ ਚਾਹੇ ਕੁਛ ਮਰਜ਼ੀ ਹੋਵੇ, ਬਸ ਸਾਡੇ ਘਰ ਸਹੀ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਹੈਗਾ। ਇਹ ਨਹੀਂ ਪਤਾ ਕਿ ਜੇ ਦੂਜੇ ਦਾ ਘਰ ਜਲੂਗਾ ਤਾਂ ਉਹਦੀਆਂ ਜਿਹੜੀਆਂ ਲਪਟਾਂ ਹੈਗੀਆਂ ਨੇ ਉਹ ਤੁਹਾਡੇ ਘਰ 'ਚ ਜ਼ਰੂਰ ਆਉਣਗੀਆਂ। ਹੁਣ ਜੇ ਅਸੀਂ ਹਵਾਈ ਜਹਾਜ਼ਾਂ ਦੀ ਗੱਲ ਕਰੀਏ, ਹਵਾਈ ਅੱਡੇ ਜਿਹੜੇ ਨੇ ਉਹ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੱਤੇ ਗਏ ਨੇ, ਇਹ ਕੀ ਹੈ? ਇਹ ਬਹੁਤ ਵੱਡੀ ਖੇਡ ਹੈ ਜਿਹੜੀ, ਜਿਵੇਂ ਮੈਂ ਹੁਣ ਪੋਲੀਟੀਕਲੀ ਗੱਲ ਤੁਹਾਨੂੰ ਕੀਤੀ ਹੈ ਨਾ ਕਿ ਪੋਲੀਟੀਕਲ ਸ਼ੈਲਟਰ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀਆਂ। ਪਿਛਲੇ ਕੁਝ ਸਮੇਂ ਤੋਂ ਜਿਹੜੇ ਬੰਦੇ ਨੂੰ ਕੋਈ ਜਾਣਦਾ ਤੱਕ ਨਹੀਂ ਸੀ, ਪਿਛਲੇ 10 ਸਾਲਾਂ ਦੇ ਵਿੱਚ ਉਸ ਬੰਦੇ ਦਾ ਕੱਦ ਐਡਾ ਵੱਡਾ ਹੋ ਗਿਆ। ਉਹਦਾ ਨਾਮ ਹੈ ਗੌਤਮ ਅਡਾਨੀ ਸਾਹਿਬ। ਪਹਿਲਾਂ ਕੋਈ ਨਹੀਂ ਸੀ ਜਾਣਦਾ ਇੰਡੀਆ 'ਚ ਉਹਨਾਂ ਨੂੰ। ਜੇਕਰ ਉਹਨਾਂ ਦੀ ਹੁਣ ਇਸ ਵੇਲੇ ਭਾਰਤ ਸਰਕਾਰ ਨੇ 6 ਅੱਡੇ ਉਹਨਾਂ ਨੂੰ ਸੌਂਪੇ ਆ ਕਿ ਇਹ ਇੱਕ ਪਬਲਿਕ ਪ੍ਰਾਈਵੇਟ ਹੋਊਗਾ ਜੀ, ਦੋਵਾਂ ਦਾ ਆਪਸ ਵਿੱਚ ਪਾਰਟਨਰਸ਼ਿਪ। ਉਸ ਤਹਿਤ ਇਹ ਉਹਨਾਂ ਹਵਾਈ ਅੱਡਿਆਂ ਦਾ ਖਿਆਲ ਰੱਖਣਗੇ ਜਿਨ੍ਹਾਂ 'ਚ ਮੰਗਲੁਰੂ ਦਾ ਹੋਊਗਾ ਜੀ, ਜੈਪੁਰ ਦਾ ਹੋਊਗਾ ਜੀ, ਮੇਰੇ ਖਿਆਲ ਨਾਲ ਵਿਸ਼ਾਖਾਪਟਨਮ ਦਾ ਵੀ ਹੈਗਾ ਜੀ, ਇੱਕ ਅਹਿਮਦਾਬਾਦ ਦਾ ਹੈਗਾ ਜੀ, ਇੱਕ ਲਖਨਊ ਦਾ ਹੈਗਾ ਜੀ, ਤ੍ਰਿਵੇਂਦਰਮ ਦਾ ਹੈਗਾ ਜੀ। ਵੀ ਇਹ ਉਹਨੂੰ ਸਾਂਭਣਗੇ। ਇਹ ਮਾਲਕੀ ਇੱਕ ਤਰੀਕੇ ਨਾਲ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ। ਹੁਣ ਐਡੇ ਵੱਡੇ ਜੇ ਅੱਡੇ ਸਾਹਮਣੇ ਆ ਤਾਂ ਤੁਹਾਡੇ ਕੋਲ ਪੈਸਾ ਬਹੁਤ ਚਾਹੀਦਾ। ਹੁਣ ਇਹ ਸਰਕਾਰ ਤੇ ਦੋਸ਼ ਇਹ ਲੱਗ ਰਿਹਾ ਹੈ ਕਿ ਇਹਨਾਂ ਨੇ, ਕਿਉਂਕਿ ਜਿਹੜਾ ਬੰਦਾ ਗੌਤਮ ਅਡਾਨੀ ਹੈ ਇਹ ਗੁਜਰਾਤ ਦਾ ਹੈ ਜੀ, ਪ੍ਰਧਾਨ ਮੰਤਰੀ ਗੁਜਰਾਤ ਦਾ ਹੈ, ਗ੍ਰਹਿ ਮੰਤਰੀ ਗੁਜਰਾਤ ਦਾ ਹੈ। ਸੋ ਜਿਸ ਤਰੀਕੇ ਨਾਲ ਗੁਜਰਾਤੀ ਸਾਰੇ ਇਕੱਠੇ ਹੋਏ ਆ ਤੇ ਗੁਜਰਾਤੀ ਤਾਂ ਵਪਾਰੀ ਹੁੰਦੇ ਆ। ਬਿਲਕੁਲ, ਜਿਸ ਦੇਸ਼ ਦਾ ਰਾਜਾ ਵਪਾਰੀ ਉਹਦੀ ਜਨਤਾ ਭਿਖਾਰੀ। ਸੋ ਇਸ ਗੱਲ ਦੇ ਵਿੱਚ ਜਿਹੜਾ ਦੇਸ਼ ਨੂੰ ਇਸ ਵੇਲੇ ਧੰਨਾ ਸੇਠਾਂ ਦੇ ਹੱਥਾਂ 'ਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਡੀ ਤਾਦਾਦ ਦੇ ਵਿੱਚ ਕੁਝ ਲੋਕਾਂ ਨੂੰ ਸਾਰਾ ਕੁਝ ਪੈਸਾ ਦੇ ਕੇ ਬਾਕੀਆਂ ਨੂੰ ਐਂ ਚੂਸਿਆ ਜਾ ਰਿਹਾ ਹੈ। ਹੁਣ ਅਡਾਨੀ ਹੈ ਕੀ ਸੀਗਾ? ਅਡਾਨੀ ਸਾਹਿਬ ਦਾ ਪਿਤਾ ਇੱਕ ਛੋਟਾ ਜਿਹਾ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ, ਜਾਂ ਛੋਟੀ ਮੋਟੀ ਦੁਕਾਨ ਹੁੰਦੀ ਸੀ। ਉਹ ਤਾਂ ਵਿਚਾਰਾ ਗੁਰਬਤ 'ਚ ਹੀ ਗਿਆ। ਫਿਰ ਜਦੋਂ ਅਡਾਨੀ ਸਾਹਿਬ ਛੋਟੇ ਹੁੰਦੇ ਸੀ, ਇਹਨਾਂ ਦਾ ਨਾਮ ਇਕੱਲਾ ਗੌਤਮ ਹੁੰਦਾ ਸੀ, ਜਦੋਂ ਇਹ ਸਕੂਲ 'ਚ ਵੀ ਕਾਲਜ 'ਚ ਵੀ ਪੜ੍ਹੇ ਨਹੀਂ ਸੀ ਬਹੁਤੇ। ਇਹ ਛੱਡ ਕੇ ਚਲੇ, ਤਾਂ BA ਨਹੀਂ ਸੀ ਪੂਰੀ ਕੀਤੀ।
ਉੱਥੋਂ ਛੱਡ ਕੇ ਗੁਜਰਾਤ ਤੋਂ ਬੰਬੇ ਗਿਆ। ਬੰਬੇ ਜਾ ਕੇ ਇੱਕ ਹੀਰਿਆਂ ਦੀ ਦੁਕਾਨ ਸੀ, ਉੱਥੇ ਰਿਪੇਅਰ ਕਰਦਾ ਸੀ ਹੀਰਿਆਂ ਦੀ। ਉਹਨਾਂ ਨੂੰ ਰਿਪੇਅਰ ਕਰਦਾ ਉੱਥੇ ਜੌਬ ਕਰਦਾ ਰਿਹਾ। ਉੱਥੋਂ ਫਿਰ ਇਹਨੂੰ ਦੌ ਪੇਚ ਆਏ। ਦੌ ਪੇਚਾਂ ਤੋਂ ਬਾਅਦ ਇਹਨਾਂ ਨੇ ਇੰਪੋਰਟ ਐਕਸਪੋਰਟ ਦਾ ਆਫਿਸ 90ਵੇਂ ਦਹਾਕੇ ਜਾ ਕੇ ਸ਼ੁਰੂ ਕੀਤਾ। ਬਹੁਤ ਛੋਟਾ ਕਾਰੋਬਾਰ ਸੀ। ਫਿਰ ਆਹ ਕੁਝ ਸਾਲਾਂ 'ਚ ਕਿਵੇਂ ਕਾਰਪੋਰੇਸ਼ਨਾਂ, ਕਿਵੇਂ ਪਾਵਰਾਂ, ਕਿਵੇਂ એનર્ਜੀ ਸੈਕਟਰ, ਕਿਵੇਂ ਸ਼ਿਪਿੰਗ ਕਾਰਪੋਰੇਸ਼ਨ, ਜਿਸ ਤਰੀਕੇ ਨਾਲ ਅਡਾਨੀ ਸਾਹਿਬ ਨੇ ਤਰੱਕੀ ਕੀਤੀ ਆ, ਤਾਂ ਉਸ ਗੱਲ ਤੋਂ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਬਿਲਕੁਲ ਕਿ ਅਡਾਨੀ ਸਾਹਿਬ ਕੋਈ ਵੱਡਾ ਸੈਸ਼ਨ ਰੱਖ ਕੇ ਦੇਸ਼ ਨੂੰ ਸਮਝਾ ਸਕਦੇ ਆ, ਤਾਂ ਜੋ ਬਾਕੀ ਦੇ ਜਿਹੜੇ ਕਾਰੋਬਾਰ ਨੇ, ਲੋਕੀ ਨੇ ਜਿਹੜੇ ਗੁਰਬਰਾਂ 'ਚ ਬਣ ਰਹੇ ਨੇ, ਉਹ ਵੀ ਇਹ ਤਰੀਕਾ ਅਪਣਾ ਲੈਣ, ਉਹ ਵੀ ਅਮੀਰ ਹੋ ਜਾਣ। ਸਹੀ ਹੈ। ਜਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਅਡਾਨੀ ਸਾਹਿਬ ਦਾ ਜਹਾਜ਼ 2014 ਦੀਆਂ ਚੋਣਾਂ 'ਚ ਨਰਿੰਦਰ ਮੋਦੀ ਸਾਹਿਬ ਉਹ ਝੋੜਿਆ ਕਰਦੇ ਸੀ। ਜਦੋਂ ਤੁਸੀਂ ਜਹਾਜ਼ ਤੁਹਾਡਾ ਨਾਲ ਉਹਨਾਂ ਦੇ ਉੱਡ ਰਿਹਾ ਹੈ, ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਨਾਲ ਉਹਨਾਂ ਨੇ ਵੀ ਉਡਾਰੀ ਉਨੀ ਉੱਚੀ ਹੋ ਜਾਣੀ ਹੈ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਜਾਂਦੇ ਆ ਜੀ ਆਸਟ੍ਰੇਲੀਆ ਦੇ ਦੌਰੇ ਤੇ, ਡੈਲੀਗੇਸ਼ਨ ਨਾਲ ਕੌਣ ਹੁੰਦਾ? ਅਡਾਨੀ ਸਾਹਿਬ। ਫਿਰ ਬੜਾ ਇੱਕ ਰੋਚਕ ਤਰੀਕੇ ਦੇ ਨਾਲ ਪਤਾ ਲੱਗਦਾ ਕਿ ਅਡਾਨੀ ਸਾਹਿਬ ਨੂੰ 50,000 ਕਰੋੜ ਦੀ ਮਾਈਨਿੰਗ ਦਾ ਉੱਥੇ ਠੇਕਾ ਮਿਲ ਗਿਆ। ਇਹ ਸਾਰੀਆਂ ਚੀਜ਼ਾਂ ਸਾਡੇ ਦੇਸ਼ ਦੇ ਲੋਕਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ, ਕਿਉਂਕਿ ਉਹ ਇੱਕ ਭਗਤ ਬਣ ਚੁੱਕੇ ਆ ਜੀ। ਉਹਨਾਂ ਨੂੰ ਆਪਣਾ ਨਫਾ ਨੁਕਸਾਨ ਪਤਾ ਹੀ ਨਹੀਂ ਲੱਗ ਰਿਹਾ ਕਿ ਦੇਸ਼ ਦਾ ਕਿੰਨਾ ਬੁਰਾ ਹਾਲ ਅੱਗੇ ਜਾ ਕੇ ਇਹਨਾਂ ਲੋਕਾਂ ਨੇ ਕਰ ਦੇਣਾ ਹੈ। ਪਰ ਕਿਉਂਕਿ ਉਹ ਇੱਕ ਆਸਥਾ 'ਚ, ਇੱਕ ਵਿਸ਼ਵਾਸ 'ਚ, ਇੱਕ ਉਸ ਚੀਜ਼ 'ਚ ਫਸ ਗਏ ਆ, ਇੱਕ ਭਾਈਚਾਰੇ 'ਚ ਪਾੜ ਇੰਨਾ ਜ਼ਿਆਦਾ ਪੈ ਗਿਆ, ਸੋ ਉਹ ਸਾਰਾ ਨੁਕਸਾਨ ਕਰਾ ਸਕਦੇ ਆ। ਇੱਕ ਉਹ ਕਹਾਵਤ ਨਹੀਂ ਹੁੰਦੀ ਕਿ ਬੰਦਾ ਇੱਕ ਦੂਸਰੇ ਨੂੰ ਦੇਖ ਕੇ ਜਲਦਾ ਬਹੁਤ ਹੁੰਦਾ ਸੀ, ਉਹ ਪਰਮਾਤਮਾ ਦੀ ਕਿਰਪਾ ਇਹੋ ਜਿਹੀ ਹੋਈ ਕਿ ਜਿੰਨਾ ਜੇਕਰ ਉਹ ਭਗਤੀ ਕਰਨ ਬੈਠ ਗਿਆ ਜਾਂ ਉਹਨੇ ਭਗਤੀ ਕਰੀ ਤਾਂ ਉਹਨੂੰ 2 ਗਊਆਂ ਮਿਲ ਗਈਆਂ, ਪਰ ਗੁਆਂਢੀਆਂ ਨੂੰ 4 ਮਿਲ ਗਈਆਂ। ਉਹਨੂੰ ਤਕਲੀਫ ਇਸ ਗੱਲ ਦੀ ਹੋ ਗਈ, ਮੈਂ ਤਾਂ ਭਗਤੀ ਕੀਤੀ ਸੀ, ਇਹਨੂੰ 4 ਕਿਵੇਂ ਮਿਲ ਗਈਆਂ? ਫਿਰ ਉਸ ਤੋਂ ਬਾਅਦ 'ਚ ਉਹਨੇ ਘਰ ਮੰਗਿਆ, ਘਰ ਆ ਕੇ ਤੇ ਗੁਆਂਢੀ ਦੇ 2 ਹੋ ਗਏ। ਫਿਰ ਭਗਤੀ ਕਰਨ ਬੈਠ ਗਿਆ, ਭਗਤੀ ਕਰਕੇ ਪ੍ਰਮਾਤਮਾ ਹਾਜ਼ਰ ਹੋਏ। ਕਹਿੰਦਾ ਇੱਕ ਕੰਮ ਕਰੋ, ਕਹਿੰਦਾ ਮੇਰੇ ਤਾਂ ਇੱਕ ਅੱਖ ਭੰਨੋ। ਉਹ ਕਹਿੰਦਾ ਗੁਆਂਢੀ ਦੇ 2 ਫੁੱਟ ਜਾਣਾ। ਸੋ ਸਾਡੀ ਜਿਹੜੀ ਮਾਨਸਿਕਤਾ ਇਸ ਤਰ੍ਹਾਂ ਦੀ ਹੋਈ ਪਈ ਹੈ ਕਿ ਆਪਣਾ ਨੁਕਸਾਨ ਕਰਾ ਕੇ ਦੂਸਰੇ ਦਾ ਦੂਜਾ ਨੁਕਸਾਨ ਕਰਨ ਦੀ ਜਿਹੜੀ ਪ੍ਰਵਿਰਤੀ ਦੇਸ਼ 'ਚ ਪੈਦਾ ਹੋ ਗਈ ਹੈ, ਇਹ ਬੜੀ ਭਿਆਨਕ ਹੈ। ਤੇ ਇਸੇ ਕਰਕੇ ਹੁਣ 에ਅਰਪੋਰਟ, ਪੁਰਾਣਾ ਸੈਕਟਰ, ਕਿਹੜਾ ਪ੍ਰਾਈਵੇਟ ਸੈਕਟਰ ਹੈ, ਸਰਕਾਰੀ ਸੰਸਥਾ ਹੈ ਜਿਹੜੀ ਅਸੀਂ ਵੇਚਣ ਤੇ ਨਹੀਂ ਲੱਗੇ ਹੋਏ। ਜਿਸ ਤਰੀਕੇ ਨਾਲ ਵਪਾਰੀ ਬਣ ਕੇ ਦੇਸ਼ ਦੇ ਵੱਡੇ ਵੱਡੇ ਨੇਤਾ, ਪ੍ਰਧਾਨ ਮੰਤਰੀ ਦੇਸ਼ ਨੂੰ ਵੇਚਣ ਲੱਗੇ ਹੋਏ ਆ, ਇਹ ਦੇਸ਼ ਵਾਸਤੇ ਬਹੁਤ ਘਾਤਕ ਹੋਣਾ ਹੈ। ਜਿਹੜੇ ਘਰੇਲੂ ਉਦਯੋਗ, ਛੋਟੇ ਉਦਯੋਗ ਨੇ, ਉਹਨਾਂ ਵਾਸਤੇ ਆਤਮਘਾਤੀ ਸਾਬਤ ਹੋਣਾ ਹੈ। ਇਸ ਸਟੋਰੀ ਤੋਂ ਮੈਨੂੰ ਇਹ ਗੱਲ ਯਾਦ ਆਈ ਹੈ ਕਿ ਹੁਣ ਜਿਵੇਂ ਲੇਬਰ ਹੈਗੀ ਆ ਉਹ ਸਾਰੀ ਪੜ੍ਹੀ ਲਿਖੀ ਹੈ ਤੇ ਜਿਹੜੇ ਨੇਤਾ ਹੈਗੇ ਉਹ ਅਨਪੜ੍ਹ ਹੈਗੇ। ਹਾਂ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਸਾਡੇ ਦੇਸ਼ ਦੇ ਵਿੱਚ। ਇੱਕ ਗੱਲ ਬੜੀ ਮਸ਼ਹੂਰ ਹੈ ਕਿ ਅਨਪੜ੍ਹ ਨੇ ਬਣਾਇਆ ਇੱਕ ਡੇਰਾ, ਪੜ੍ਹੇ ਲਿਖੇ ਮੱਥਾ ਟੇਕਦੇ। ਸੋ ਇਸ ਕਰਕੇ ਸਾਡੇ ਪੜ੍ਹੇ ਲਿਖੇ ਲੋਕ ਵੀ ਜਾਹਲ ਨੇ। ਮੈਂ ਤਾਂ ਕਹਿਣਾ ਹੁੰਦਾ ਇਸ ਗੱਲ ਨੂੰ ਕਿ ਸਾਡੇ ਬਲ ਖੋਪੇ ਲਾਏ ਹੋਏ ਆ, ਉਹਨਾਂ ਨੂੰ ਕੋਈ ਚੰਗਾ ਮੰਦਾ ਨਹੀਂ ਦਿਖ ਰਿਹਾ। ਸੋ ਉਹਨਾਂ ਨੂੰ ਸਮਝਣ ਦਾ ਸੀ ਇੰਨੀਆਂ ਡਿਗਰੀਆਂ ਹਾਸਲ ਕਰਕੇ ਵੀ ਜੇਕਰ ਤੁਹਾਡੇ ਪੱਲੇ ਨਹੀਂ ਕੁਝ ਪੈ ਰਿਹਾ, ਫਿਰ ਤੁਹਾਡੇ ਦੇਸ਼ ਦਾ ਹਾਲ ਕੀ ਹੋਣਾ ਤੁਸੀਂ ਅੰਦਾਜ਼ਾ ਲਾ ਸਕਦੇ। ਬਿਲਕੁਲ ਹਰਪ੍ਰੀਤ ਜੀ, ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਹਰ ਹਫਤੇ ਦਿੰਦੇ ਹੈਗੇ ਸਾਨੂੰ, ਤੇ ਬਹੁਤ ਕੁਝ ਮੈਨੂੰ ਵੀ ਸਿੱਖਣ ਨੂੰ ਮਿਲਦਾ। ਬਹੁਤ ਕੁਝ ਜਿਹੜੀ ਹਿਸਟਰੀ ਹੈਗੀ ਹੈ, ਜਿਹੜੀ ਖਬਰਾਂ ਦੇ ਪਿੱਛੇ ਦੀ ਜਿਹੜੀ ਹਿਸਟਰੀ ਹੈਗੀ ਆ, ਉਹ ਜਾਣਨ ਦਾ ਮੌਕਾ ਜਿਹੜਾ ਮਿਲਦਾ ਹੈਗਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ। ਬਿਲਕੁਲ ਸਟ੍ਰੇਟ ਟਾਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਅੱਜ ਬਹੁਤ ਸਾਰੇ ਮੁੱਦਿਆਂ ਤੇ ਹੋਈ ਹੈ। ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਲੱਗਦਾ, ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ। ਹੋਰ ਜਿਹੜੀਆਂ ਤਾਜ਼ਾ ਖਬਰਾਂ ਦੇ ਲਈ ਤੁਸੀਂ ਬਨੇ ਰਹੋ ਸਾਂਝਾ ਟੀਵੀ ਦੇ ਨਾਲ, ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।